ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸਮੈ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਉੱਠੇ ਬਹਰ ਸ਼੍ਰੀ ਅਰਜਨ ਗੁਰ ਸਤਿਗੁਰ ਨਿਜ ਨਿਜ ਸਦਨ ਗਏ ਸਭ ਕੋਏ। ਨਿਸਾ ਪਰੀ ਭੋਜਨ ਸ਼ੁਭ ਕਰਕੇ ਸੁਠ ਪਰੇ ਅੰਕ ਪਰ ਪੌੜਤ ਸੋਏ। ਉੱਠੇ ਬਹਰ ਸ਼੍ਰੀ ਅਰਜਨ ਸਤਿਗੁਰ ਨਿਜ ਨਿਜ ਸਦਨ ਗਏ ਸਭ ਕੋਏ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਸਤਿਗੁਰੂ ਗਰੀਬ ਨਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਨ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਗੁਰਬਾਣੀ ਜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਕਿਤੈ ਪ੍ਰਕਾਰ ਨਾ ਟੂਟੋ ਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਦੀ ਮਹਾਨ ਪਵਿੱਤਰ ਕਥਾ ਦੇ 2-4 ਨਾਗੇ ਅੱਗੇ ਹੀ ਪੈ ਗਏ ਹਨ। ਅੱਜ ਆਪਾਂ ਸਤਿਗੁਰੂ ਜੀ ਦੀ ਪਵਿੱਤਰ ਕਥਾ ਸਰਵਣ ਕਰਾਂਗੇ। ਸਾਰੀ ਸੰਗਤ ਪਿਆਰ ਵਿੱਚ ਆਓ, ਆਪਣੇ ਸਤਿਗੁਰੂ ਮਾਲਕ ਜੀ ਦੇ ਚਰਨਾਂ ਅੱਗੇ ਸਿਰ ਝੁਕਾ ਕੇ ਗੱਜ ਕੇ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਜੂਰ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਅੰਮ੍ਰਿਤਸਰ ਦੀ ਧਰਤੀ ਤੇ ਸਿੱਖ ਸੰਗਤਾਂ ਨੂੰ ਧਾਰ ਰਹੇ ਹਨ। ਦਰਬਾਰ ਸਾਹਿਬ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਬੈਠੇ ਹਨ। ਗੁਰੂ ਸਾਹਿਬ ਮਹਾਰਾਜ ਜੀ ਬੜੇ ਪ੍ਰੇਮ ਨਾਲ ਸੰਗਤਾਂ ਦੇ ਕੋਲੋਂ ਗੁਰਬਾਣੀ ਕੀਰਤਨ ਸਰਵਣ ਕਰ ਰਹੇ ਹਨ। ਗੁਰੂ ਸਾਹਿਬ ਜੀ ਦੇ ਵੱਡੇ ਭਰਾ ਬਾਬਾ ਮਹਾਦੇਵ ਜੀ ਉੱਥੇ ਪਹੁੰਚ ਗਏ ਜੀ। ਸੰਗਤ ਇੰਨੀ ਜ਼ਿਆਦਾ ਬੈਠੀ ਹੋਈ ਸੀਗੀ ਵੀ ਬਾਬਾ ਮਹਾਦੇਵ ਜੀ ਦੇ ਬੈਠਣ ਦੀ ਜਗ੍ਹਾ ਨਹੀਂ ਸੀ ਉੱਥੇ ਹੈਗੀ ਜੀ। ਭਾਵ ਤੰਗੀ ਹੋਣੀ ਸੀਗੀ ਜੀ।
ਗੁਰੂ ਅਰਜਨ ਦੇਵ ਮਹਾਰਾਜ ਨੇ ਦੇਖਿਆ ਵੀ ਇਹ ਸਾਡੇ ਜਿੱਥੇ ਵੱਡੇ ਭਰਾ ਨੇ, ਉੱਥੇ ਗੁਰੂ ਰਾਮਦਾਸ ਸਾਹਿਬ ਜੀ ਦੇ ਪੁੱਤਰ ਵੀ ਨੇ ਜੀ। ਮਹਾਰਾਜ ਜੀ ਨੇ ਆਪਣੇ ਕੋਲ ਸੱਦ ਕੇ ਆਪ ਆਪਣਾ ਗੋਡਾ ਚੁੱਕ ਲਿਆ ਤੇ ਬਾਬਾ ਮਹਾਦੇਵ ਜੀ ਨੂੰ ਪਿਆਰ ਦੇ ਨਾਲ ਬਿਠਾਇਆ ਜੀ। ਸੰਗਤਾਂ ਨੇ ਕੀਰਤਨ ਸੁਣਿਆ, ਕੀਰਤਨ ਹੋਇਆ। ਕੀਰਤਨ ਦੀ ਸੰਪੂਰਨਤਾ ਤੋਂ ਬਾਅਦ ਬਾਬਾ ਮਹਾਦੇਵ ਜੀ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਤੁਸੀਂ ਧੰਨ ਹੋ। ਮਹਾਰਾਜ ਕਹਿਣ ਲੱਗੇ, ਤੁਸੀਂ ਧੰਨ ਹੋ, ਤੁਸੀਂ ਗੁਰੂ ਰਾਮਦਾਸ ਜੀ ਦੇ ਪੁੱਤਰ ਹੈਗੇ ਹੋ। ਕਹਿਣ ਲੱਗੇ ਤੇ ਅੱਗੋਂ ਬਾਬਾ ਮਹਾਦੇਵ ਜੀ ਕਹਿਣ ਲੱਗੇ, ਮੈਂ ਤੇ ਨਿਰਾ ਹੀ ਪੁੱਤਰ ਹਾਂ, ਤੁਸੀਂ ਤੇ ਖੁਦ ਗੁਰੂ ਰਾਮਦਾਸ ਹੋ। ਕਹਿਣ ਲੱਗੇ, ਤੁਸੀਂ ਤੇ ਖੁਦ ਗੁਰੂ ਨਾਨਕ ਸਾਹਿਬ ਹੋ। ਬੜੇ ਪਿਆਰ ਨਾਲ ਮੱਥਾ ਟੇਕਿਆ। ਕਹਿਣ ਲੱਗੇ, ਅੱਜ ਤੱਕ ਮੈਂ ਤੁਹਾਨੂੰ ਛੋਟਾ ਭਰਾ ਜਾਣ ਕੇ ਮੱਥਾ ਨਮਸਕਾਰ ਕਰਦਾ ਸਾਂ, ਪਿਆਰ ਕਰਦਾ ਸਾਂ, ਪਰ ਅੱਜ ਮੈਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਸਮਝ ਕੇ ਨਮਸਕਾਰ ਕੀਤੀ ਹੈ। ਜਿੰਨੀ ਨਿਮਰਤਾ ਤੇ ਪ੍ਰੇਮ ਤੁਸੀਂ ਸਾਡੇ ਨਾਲ ਵਰਤਾਇਆ, ਸਾਡਾ ਮਨ ਕਹਿੰਦੇ ਖੁਸ਼ ਹੋ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਇੱਕ ਗੱਲ ਚੇਤਾ ਰੱਖਿਓ, ਕੋਮਲ ਬਾਣੀ ਸਭ ਕੋ ਸੰਤੋਖ ਹੈ। ਜਿਹੜੀ ਕੋਮਲ ਬਾਣੀ ਹੈ ਨਾ, ਮਿੱਠੇ ਬੋਲ ਨੇ, ਉਹ ਸਾਰਿਆਂ ਨੂੰ ਰਾਜੀ ਖੁਸ਼ੀ ਰੱਖਦੇ ਜੀ। ਤੇ ਜਿਹੜੇ ਕੌੜੇ ਬੋਲ ਨੇ, ਬੰਦਾ ਆਪ ਤੇ ਦੁਖੀ ਹੋ ਕੇ ਕਰਦਾ ਜੀ, ਤੇ ਦੂਜਾ ਵੀ ਵਿਚਾਰਾ ਦੁਖੀ ਹੁੰਦਾ ਜੀ। ਬਾਬਾ ਜੀ, ਬਾਬਾ ਮਹਾਦੇਵ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਬਚਨ ਸੁਣ ਕੇ ਬਹੁਤੇ ਹੀ ਕੋਮਲ ਬੋਲ ਬੋਲੇ ਜੀ, ਮਿੱਠੇ ਬੋਲ ਬੋਲੇ। ਮਹਾਰਾਜ ਕਹਿਣ ਲੱਗੇ, ਦੱਸੋ ਕਿਸ ਕਾਰਜ ਵਾਸਤੇ ਆਏ? ਕਹਿੰਦੇ, ਮਹਾਰਾਜ ਤੁਹਾਡੇ ਕੋਲ ਆਗਿਆ ਲੈਣੀ ਹੈ। ਮਹਾਰਾਜ ਕਹਿਣ ਲੱਗੇ, ਹੁਕਮ ਕਰੋ। ਕਹਿੰਦੇ, ਮਹਾਰਾਜ ਸਾਡੇ ਨਾਨਾ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਰਸੀ ਦਾ ਸਮਾਗਮ ਆ ਰਿਹਾ। ਕਹਿਣ ਲੱਗੇ, ਪੁੰਨਿਆਂ ਦਾ ਜੋੜ ਮੇਲਾ ਲੱਗਦਾ, ਮੈਂ ਉੱਥੇ ਜਾਣਾ ਚਾਹੁੰਦਾ। ਕਹਿਣ ਲੱਗੇ, ਗੱਜ ਕੇ ਆਖੋ ਵਾਹਿਗੁਰੂ। ਆਪ ਕਿਰਪਾ ਕਰੋ ਤੇ ਮੈਨੂੰ ਆਗਿਆ ਦਿਓ ਮਹਾਰਾਜ, ਮੈਂ ਉੱਥੇ ਜਾਣਾ। ਗੁਰੂ ਅਰਜਨ ਸਾਹਿਬ ਪਿਆਰ ਵਿੱਚ ਆਏ। ਕਹਿੰਦੇ, ਬਾਬਾ ਮਹਾਦੇਵ ਜੀ, ਜਿੱਥੇ ਉਹ ਤੁਹਾਡੇ ਨਾਨਾ ਸਤਿਗੁਰੂ ਨੇ, ਉੱਥੇ ਸਾਡੇ ਵੀ ਸਤਿਗੁਰੂ ਨੇ। ਕਹਿਣ ਲੱਗੇ, ਉਹਨਾਂ ਦੀ ਬਰਸੀ ਦੇ ਸਮਾਗਮ ਤੇ ਅਸੀਂ ਆਪ ਜਾਵਾਂਗੇ। ਕਹਿਣ ਲੱਗੇ, ਅੱਜ ਵੀ ਗੋਇੰਦਵਾਲ ਸਾਹਿਬ 'ਚ ਉਹ ਸਮਾਗਮ ਹੁੰਦਾ ਹੈ, ਔਰ ਉਸ ਸਮਾਗਮ ਨੂੰ ਜੱਗ ਮੇਲਾ ਕਹਿੰਦੇ ਆ ਜੀ। ਪੁੰਨਿਆਂ ਤੇ ਹੁੰਦਾ, ਇਹ 12 ਮਹੀਨਿਆਂ ਵਿੱਚੋਂ ਇੱਕ ਪੁੰਨਿਆਂ ਤੇ ਉਹ ਹੁੰਦਾ, ਉਹਨੂੰ ਜੱਗ ਮੇਲਾ ਕਹਿੰਦੇ ਆ। ਬਹੁਤ ਦੂਰੋਂ ਦੂਰੋਂ ਸੰਗਤਾਂ ਆ ਕੇ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਝੁਕਦੀਆਂ ਨੇ ਜੀ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਅਸੀਂ ਵੀ ਚੱਲਾਂਗੇ। ਬਾਬਾ ਮਹਾਦੇਵ ਜੀ ਬਹੁਤ ਹੀ ਖੁਸ਼ ਹੋਏ। ਕਹਿੰਦੇ, ਮਹਾਰਾਜ ਤੁਹਾਡਾ ਸੁਭਾਅ ਗੁਰੂ ਨਾਨਕ ਸਾਹਿਬ ਜੀ ਵਰਗਾ ਹੋ ਗਿਆ। ਕਹਿਣ ਲੱਗੇ, ਗੱਜ ਕੇ ਆਖੋ ਵਾਹਿਗੁਰੂ। ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਵਿਚਾਰ ਸਰਵਣ ਕਰਨੀ ਹੈ। ਗੁਰੂ ਅਰਜਨ ਦੇਵ ਜੀ ਨੇ ਸਲਾਹ ਕਰ ਲਈ, ਅਸੀਂ ਵੀ ਜਾਣਾ ਗੋਇੰਦਵਾਲ ਸਾਹਿਬ। ਇਹ ਸਲਾਹ ਕਰ ਲਈ ਹੈ। ਹੁਣ ਮਹਾਰਾਜ ਗੋਇੰਦਵਾਲ ਸਾਹਿਬ ਜਾਣਗੇ। ਗੁਰੂ ਸਾਹਿਬ ਕਿਰਪਾ ਕਰਨ, ਸੰਗਤ ਜੀ ਦਾਸ ਯਤਨ ਕਰੇਗਾ, ਕੋਸ਼ਿਸ਼ ਕਰੇਗਾ। ਲੜੀਵਾਰ ਕਥਾ ਹੁਣ ਮਹਾਰਾਜ ਕਿਰਪਾ ਕਰਨ। ਮੇਰੇ ਯਤਨ ਨਾਲ ਕੀ ਹੋਣਾ? ਗੁਰੂ ਸਾਹਿਬ ਕਿਰਪਾ ਕਰਨ, ਇੱਕ ਰਸ ਕੁਝ ਸਮਾਂ ਹੁਣ ਕਥਾ ਚੱਲੇ, ਕਿਉਂਕਿ ਇਹ ਕਥਾ ਜਿਹੜੀ ਹੈ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪ੍ਰਸੰਗਾਂ ਵਾਲੇ ਪਾਸੇ ਜਾ ਰਹੀ ਹੈ। ਸਤਿਗੁਰੂ ਜੀ ਕਿਰਪਾ ਕਰਨ। ਆਓ ਪਿਆਰ ਦੇ ਨਾਲ ਸਾਰੀ ਸੰਗਤ ਗੱਜ ਕੇ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉੱਠੇ ਬਾਹਰ ਸ੍ਰੀ ਅਰਜਨ ਸਤਿਗੁਰ, ਨਿਜ ਨਿਜ ਸਦਨ ਗਏ ਸਭ ਕੋਏ। ਦੀਵਾਨ ਦੀ ਸੰਪੂਰਨਤਾ ਹੀ ਹੋਈ ਹੈ। ਸਾਰੀਆਂ ਸੰਗਤਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਵੇਖਿਆ ਵੀ ਉੱਠ ਗਏ ਨੇ ਮਹਾਰਾਜ। ਸਭ ਸੰਗਤਾਂ ਘਰਾਂ ਨੂੰ ਚਲੇ ਗਈਆਂ ਜੀ। ਮਹਾਰਾਜ ਜੀ ਵੀ ਦਰਬਾਰ ਸਾਹਿਬ ਤੋਂ ਗੁਰੂ ਕੇ ਮਹਿਲਾਂ ਵਿੱਚ ਆ ਗਏ ਜੀ। ਸਾਰਾ ਦਿਨ ਸੱਚੇ ਪਾਤਸ਼ਾਹ ਦਰਬਾਰ ਸਾਹਿਬ ਰਹੇ ਜੀ। ਹਾਂਜੀ, ਨਿਸਾ ਪਰੀ ਭੋਜਨ ਸ਼ੁਭ ਕਰਕੇ। ਰਾਤ ਪਈ ਹੈ। ਮਾਤਾ ਗੰਗਾ ਜੀ ਨੇ ਸੱਚੇ ਪਾਤਸ਼ਾਹ ਜੀ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਬੜੇ ਪ੍ਰੇਮ ਨਾਲ। ਸੁੱਠ ਪਰਅੰਕ ਪਰ ਪੌੜਤ ਸੋਏ। ਬਹੁਤ ਸੁੰਦਰ ਪਲੰਘਾ ਮੇਰੇ ਸੱਚੇ ਪਾਤਸ਼ਾਹ ਜੀ ਦਾ। ਸਤਿਗੁਰੂ ਜੀ ਉਸ ਪਲੰਘਾ ਸਾਹਿਬ ਦੇ ਉੱਤੇ ਸੱਜ ਗਏ ਹਨ ਜੀ। ਹਾਂਜੀ, ਪ੍ਰਾਤ ਕਾਲ ਕਰ ਸ਼ੌਚ ਇਸ਼ਨਾਨ ਹੈ। ਅਗਲੇ ਦਿਨ
ਅੰਮ੍ਰਿਤ ਵੇਲੇ ਸੱਚੇ ਪਾਤਸ਼ਾਹ ਜੀ ਨੇ ਸੌਚ ਇਸ਼ਨਾਨ ਕੀਤਾ ਚਲਬੇ ਹੇਤ ਤਿਆਰ ਗੁਰ ਹੋਏ। ਤੇ ਮਹਾਰਾਜ ਸ੍ਰੀ ਗੋਇੰਦਵਾਲ ਸਾਹਿਬ ਚੱਲਣ ਵਾਸਤੇ ਤਿਆਰ ਹੋਏ ਜੀ। ਗੱਜ ਕੇ ਆਖੋ ਵਾਹਿਗੁਰੂ। ਗੋਇੰਦਵਾਲ ਸਾਹਿਬ ਚੱਲਣ ਵਾਸਤੇ ਜਾਣ ਵਾਸਤੇ ਮਹਾਰਾਜ ਤਿਆਰ ਹੋਏ ਜੀ। ਹਾਂਜੀ। ਮਹਾਦੇਵ ਕੋ ਸੰਗ ਮਿਲਾਇ ਹੈ। ਤੇ ਮਹਾਰਾਜ ਜੀ ਨੇ ਬਾਬਾ ਮਹਾਦੇਵ ਜੀ ਨੂੰ ਨਾਲ ਲਿਆ ਜੀ। ਵੇਖੋ ਜਾਣਾ ਤੇ ਬਾਬਾ ਮਹਾਦੇਵ ਜੀ ਨੇ ਸੀ, ਪਰ ਬਾਬਾ ਮਹਾਦੇਵ ਜੀ ਦੀ ਗੱਲ ਸੁਣ ਕੇ ਸੱਚੇ ਪਾਤਸ਼ਾਹ ਵੀ ਨਾਲ ਤੁਰ ਪਏ ਜੀ। ਮਹਾਰਾਜ ਜੀ ਨੇ ਬਾਬਾ ਮਹਾਦੇਵ ਜੀ ਨੂੰ ਨਾਲ ਮਿਲਾਇਆ ਆਪਣੇ ਜੀ। ਹਾਂਜੀ। ਚਾਹਤ ਜੋ ਦਰਸ ਸਾਥ ਭੇ ਸੋਏ। ਬਾਬਾ ਜੀ ਬਾਬਾ ਮਹਾਦੇਵ ਜੀ ਦੀ ਵੀ ਇੱਛਾ ਸੀ ਵੀ ਨਾਲੇ ਤੇ ਜੱਗ ਮੇਲੇ 'ਚ ਹਾਜ਼ਰੀ ਭਰੀਏ, ਨਾਲੇ ਗੁਰੂ ਅਰਜਨ ਦੇਵ ਜੀ ਦੇ ਰੋਜ਼ ਦਰਸ਼ਨ ਕਰਿਆ ਕਰੀਏ। ਹਾਂਜੀ। ਨੰਦਨ ਹਰ ਗੋਬਿੰਦ ਰਿਪ ਕੰਦਨ। ਦੁਸ਼ਟਾਂ ਦਾ ਨਾਸ਼ ਕਰਨ ਵਾਲੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਚੰਦ ਮਿਨੰਦ ਬਿਲੰਦ ਦੁਲਾਰ। ਜਿਨ੍ਹਾਂ ਦਾ ਜਸ ਜਿਹੜਾ ਹੈ ਬੜਾ ਹੀ ਵਧੀਆ ਹੈ, ਬਹੁਤ ਉੱਚਾ ਜਸ ਹੈ, ਸੋਹਣਾ ਸਰੂਪ ਸੱਚੇ ਪਾਤਸ਼ਾਹ ਦਾ। ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਪਿਆਰ ਦਿੱਤਾ ਜੀ ਚੱਲਣ ਲੱਗਿਆ। ਹਾਂਜੀ। ਦੇ ਧੀਰਜ ਬੀਰਜ ਜੁਤ ਸੁਤ ਕੋ। ਆਪਣੇ ਮਹਾਨ ਪੁੱਤਰ ਨੂੰ ਮਹਾਰਾਜ ਨੇ ਧੀਰਜ ਦਿੱਤਾ, ਅਸੀਂ ਕੁਝ ਦਿਨ ਬਾਅਦ ਅੰਮ੍ਰਿਤਸਰ ਆਵਾਂਗੇ। ਹਾਂਜੀ। ਹਾਥ ਬੰਦ ਤਿੰਨ ਬੰਧਨ ਧਾਰ। ਹਰਗੋਬਿੰਦ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਹੱਥ ਜੋੜ ਕੇ ਨਮਸਕਾਰ ਕੀਤੀ ਜੀ। ਹਾਂਜੀ। ਹਟੇ ਨਿਕੇਤ ਸਮੇਤ ਸਿੱਖਨ ਗਨ। ਮਹਾਰਾਜ ਜੀ ਫਿਰ ਆਪਣੇ ਘਰੋਂ ਤੁਰੇ ਜੀ। ਬਹੁਤ ਸਿੱਖ ਸੰਗਤਾਂ ਨਾਲ ਤਿਆਰ ਹੋਈਆਂ। ਸੰਗਤਾਂ ਕਹਿਣ ਅਸੀਂ ਵੀ ਗੋਇੰਦਵਾਲ ਸਾਹਿਬ ਜਾਣਾ ਜੱਗ ਮੇਲੇ ਤੇ, ਅਸੀਂ ਵੀ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਨਮਸਕਾਰ ਕਰਨੀ ਜਾ ਕੇ। ਸਤਿਗੁਰ ਗਮਨੇ ਪੰਥ ਮਝਾਰ। ਹਜ਼ੂਰ ਮਹਾਰਾਜ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਇਸ ਤਰੀਕੇ ਨਾਲ ਗੋਇੰਦਵਾਲ ਸਾਹਿਬ ਜੀ ਦੇ ਰਸਤੇ ਉੱਤੇ ਪੈ ਗਏ ਜੀ। ਅੰਮ੍ਰਿਤਸਰੋਂ ਗੋਇੰਦਵਾਲ ਸਾਹਿਬ ਨੂੰ ਤੁਰੇ ਮਹਾਰਾਜ। ਹਾਂਜੀ। ਦਾਸ ਮਸੰਦ ਬ੍ਰਿੰਦ ਸਿੱਖ ਸੰਗੀ। ਬਹੁਤ ਸਾਰੇ ਮਸੰਦ ਸੇਵਕ ਜਿਹੜੇ ਆ ਉਹ ਸੱਚੇ ਪਾਤਸ਼ਾਹ ਜੀ ਦੇ ਨਾਲ ਹਨ। ਬਹੁਤ ਵੱਡੀ ਰੌਣਕ ਬਣ ਗਈ ਜੀ। ਵੈਸੇ ਹੀ ਉੱਥੇ ਜੱਗ ਮੇਲੇ ਤੇ ਬੜੀ ਰੌਣਕ ਲੱਗਦੀ ਸੀ, ਹੁਣ ਗੁਰੂ ਅਰਜਨ ਦੇਵ ਜੀ ਨੇ ਪਹੁੰਚ ਜਾਣਾ, ਰੌਣਕ ਹੋਰ ਹੋ ਜਾਣੀ ਹੈ ਜੀ। ਸੰਗ ਚੱਲੇ ਜੈਕਾਰ ਉਚਾਰ। ਗੱਜ ਕੇ ਆਖੋ ਵਾਹਿਗੁਰੂ। ਜੈਕਾਰ ਕਰਦੇ ਹੋਏ ਮਹਾਰਾਜ ਜੀ ਦੀਆਂ ਸਿਫਤਾਂ ਕਰਦੇ ਹੋਏ ਬਹੁਤ ਸਾਰੀਆਂ ਸੰਗਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਚੱਲ ਪਈਆਂ ਜੀ। ਹਾਂਜੀ। ਉਲੰਘੇ ਮਾਰਗ ਗਏ ਗ੍ਰਾਮ ਢਿੱਗ। ਹਾਂਜੀ। ਨਾਮ ਖਡੂਰ ਗੁਰੂ ਅਸਥਾਨ। ਮਹਾਰਾਜ ਪਹਿਲਾਂ ਤਰਨ ਤਾਰਨ ਪਹੁੰਚੇ, ਤਰਨ ਤਾਰਨ ਤੋਂ ਸੱਚੇ ਪਾਤਸ਼ਾਹ ਖਡੂਰ ਸਾਹਿਬ ਪਹੁੰਚੇ ਜੀ। ਹਾਂਜੀ। ਸੁਨ ਦਾਤੂ ਹਿਤ ਆਦਰ ਆਇਓ। ਬਾਬਾ ਦਾਤੂ ਜੀ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਨੂੰ ਕਿਸੇ ਨੇ ਦੱਸਿਆ, ਬਾਬਾ ਦਾਤੂ ਜੀ ਮਹਾਰਾਜ ਜੱਗ ਮੇਲੇ ਤੇ ਚੱਲੇ ਗੋਇੰਦਵਾਲ ਸਾਹਿਬ ਤੇ ਇਧਰੋਂ ਲੰਘਣਾ। ਤੇ ਬਾਬਾ ਦਾਤੂ ਜੀ ਨੂੰ ਜਦੋਂ ਪਤਾ ਲੱਗਾ ਤੇ ਬਾਬਾ ਦਾਤੂ ਜੀ ਸੇਵਕਾਂ ਨੂੰ ਲੈ ਕੇ ਪਹਿਲਾਂ ਹੀ ਰਸਤੇ ਵਿੱਚ ਖਲੋ ਗਏ ਜੀ। ਹਾਂਜੀ। ਲੈ ਨਿਜ ਸੰਗ ਪ੍ਰਵੇਸ਼ਨ ਠਾਨ। ਉਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਘਰ ਚਰਨ ਪਾਓ। ਬਾਬਾ ਦਾਤੂ ਜੀ ਸਤਿਗੁਰੂ ਜੀ ਨੂੰ ਆਪਣੇ ਘਰ ਲੈ ਗਏ। ਮਹਾਰਾਜ ਬਾਬਾ ਦਾਤੂ ਜੀ ਦੀ ਗੱਲ ਮੋੜਦੇ ਨਹੀਂ ਸੀ ਹੁੰਦੇ ਜੀ। ਗੱਜ ਕੇ ਆਖੋ। ਕਈ ਕਾਰਨ ਨੇ ਜੀ। ਪਹਿਲੀ ਗੱਲ, ਬਾਬਾ ਦਾਤੂ ਜੀ ਗੁਰੂ ਜੀ ਦੇ ਪੁੱਤਰ ਨੇ ਜੀ, ਗੁਰੂ ਅੰਗਦ ਦੇਵ ਜੀ ਦੇ, ਜਿਨ੍ਹਾਂ ਗੁਰੂ ਨਾਨਕ ਸਾਹਿਬ ਦੀਆਂ ਖੁਸ਼ੀਆਂ ਲਈਆਂ ਜੀ। ਦੂਸਰੀ ਗੱਲ, ਬਾਬਾ ਦਾਤੂ ਜੀ ਗੁਰੂ ਅਰਜਨ ਦੇਵ ਜੀ ਤੋਂ ਉਮਰ ਵਿੱਚ ਵੀ ਬੜੇ ਵੱਡੇ ਨੇ ਜੀ। ਵੱਡੇ ਗੁਰੂਆਂ ਦੇ ਪੁੱਤਰ ਨੇ, ਉਮਰ ਵਿੱਚ ਵੀ ਵੱਡੇ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਦਾਤੂ ਜੀ ਦੀ ਗੱਲ ਮੋੜਦੇ ਨਹੀਂ ਸੀ ਹੁੰਦੇ। ਸੰਗਤ ਜੀ ਪਿਆਰ ਵਾਲਿਆਂ ਦੀ ਗੱਲ ਮੋੜੀ ਨਹੀਂ ਜਾਂਦੀ ਜੀ। ਗੱਜ ਕੇ ਆਖੋ ਵਾਹਿਗੁਰੂ। ਜੇ ਕੋਈ ਦਿਲੋਂ ਪ੍ਰੇਮ ਕਰੇ ਉਹਦੀ ਫਿਰ ਗੱਲ ਮੋੜੀ ਨਹੀਂ ਜਾਂਦੀ, ਭਾਵੇਂ ਕੁਝ ਸਕਿੰਟ ਲਈ ਬੰਦਾ ਜਾਵੇ ਉਹਨੂੰ ਜਾਣਾ ਪੈਂਦਾ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਬਾਬਾ ਦਾਤੂ ਜੀ ਦੀ ਬਿਲਕੁਲ ਗੱਲ ਨਹੀਂ ਮੋੜਦੇ। ਬਾਬਾ ਦਾਤੂ ਜੀ ਕਹਿੰਦੇ ਮਹਾਰਾਜ ਮੇਰੇ ਘਰ ਰਹਿਣਾ। ਮਹਾਰਾਜ ਉੱਧਰ ਚਲੇ ਗਏ ਜੀ। ਹਾਂਜੀ। ਡੇਰਾ ਕਰਵਾਇਸ ਸ਼ੁਭ ਘਰ ਮਹਿ। ਬਾਬਾ ਦਾਤੂ ਜੀ ਨੇ ਆਪਣੇ ਸੋਹਣੇ ਘਰ ਦੇ ਵਿੱਚ ਸਤਿਗੁਰੂ ਜੀ ਦਾ ਆਸਣ ਲਵਾਇਆ ਜੀ।
ਹਾਂਜੀ। ਨੀਰ ਅਨਾਏ ਪਖਾਰੇ ਪਾਨ, ਤੇ ਜਲ ਮੰਗਵਾ ਕੇ ਸਤਿਗੁਰੂ ਜੀ ਦੇ ਹੱਥ ਧਵਾਏ ਜੀ। ਹਾਂਜੀ। ਪਗ ਪਖਾਰ ਕਰ ਟਿਕੇ ਕਿਤਕ ਚਿਰ, ਗੱਜ ਕੇ ਆਖੋ ਚਰਨ ਵੀ ਮਹਾਰਾਜ ਜੀ ਦੇ ਧਵਾਏ ਜੀ। ਤੇ ਮਹਾਰਾਜ ਫਿਰ ਕੁਝ ਸਮਾਂ ਟਿਕ ਗਏ, ਕਿਉਂ ਸਵੇਰ ਦੇ ਤੁਰੇ ਸਨ ਤੇ ਰਸਤਾ ਵੀ ਉਸ ਸਮੇਂ ਤੁਹਾਨੂੰ ਪਤਾ ਹੀ ਹੈ ਜੀ। ਹਾਂਜੀ। ਸ਼੍ਰੀ ਅਰਜਨ ਹੋਇ ਕਰ ਸਾਵਧਾਨ, ਕੁਝ ਸਮਾਂ ਟਿਕ ਕੇ ਆਰਾਮ ਕਰਕੇ ਸਤਿਗੁਰੂ ਜੀ ਫਿਰ ਸਾਵਧਾਨ ਹੋ ਗਏ ਜੀ, ਬੈਠ ਗਏ ਮਹਾਰਾਜ ਆਸਣ ਤੇ। ਹਾਂਜੀ। ਲੇ ਦਾਤੂ ਸੰਗ ਸ਼੍ਰੀ ਅੰਗਦ ਥਲ, ਮਹਾਰਾਜ ਬਾਬਾ ਦਾਤੂ ਜੀ ਨੂੰ ਕਹਿਣ ਲੱਗੇ, ਬਾਬਾ ਜੀ ਵੱਡੇ ਗੁਰੂਆਂ ਦੇ ਅਸਥਾਨ ਤੇ ਆਏ ਆ, ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਅਸਥਾਨ ਦੇ ਦਰਸ਼ਨ ਕਰੀਏ। ਕਹਿਣ ਲੱਗੇ ਖਡੂਰ ਸਾਹਿਬ ਜਿੱਥੇ ਦਰਬਾਰ ਸਾਹਿਬ ਤੁਸੀਂ ਦਰਸ਼ਨ ਕਰਦੇ ਹੋ ਨਾ, ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬਾਹਰ ਹੈ ਜੀ, ਇੱਕ ਅੰਦਰ ਹੈ ਜੀ। ਉਹ ਜਿਹੜਾ ਅੰਦਰ ਸਰੂਪ ਹੈ ਨਾ ਜੀ, ਉਹ ਗੁਰੂ ਸਾਹਿਬ ਜੀ ਦਾ ਅੰਗੀਠਾ ਸਾਹਿਬ ਹੈ ਜੀ। ਅੰਗੀਠਾ ਸਾਹਿਬ ਸਮਝਦੇ, ਜਿੱਥੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ ਜੀ। ਸੋ ਮਹਾਰਾਜ ਕਹਿਣ ਲੱਗੇ ਉਸ ਜਗ੍ਹਾ ਦੇ ਦਰਸ਼ਨ ਕਰਨੇ ਆ। ਹਾਂਜੀ। ਗਏ ਦਰਸ ਕਰਬੇ ਦਰਬਾਰ, ਮਹਾਰਾਜ ਜੀ ਦੇ ਸੋਹਣੇ ਦਰਬਾਰ ਦੇ ਵਿੱਚ, ਉਸ ਅਸਥਾਨ ਦਾ ਨਾਮ ਹੀ ਦਰਬਾਰ ਸਾਹਿਬ ਹੈ। ਸੋਹਣੇ ਦਰਬਾਰ ਦੇ ਵਿੱਚ ਜਾ ਕੇ ਦਰਸ਼ਨ ਕੀਤੇ ਐ। ਦਰਬ ਦੀਨ ਅਰਦਾਸ ਕਰਵਾਇਸ, ਫਿਰ ਮਾਇਆ ਦੇ ਕੇ ਅਰਦਾਸ ਕਰਵਾਈ ਜੀ। ਮਾਇਆ ਦੇ ਕੇ ਨਾ ਅਰਦਾਸ ਕਰਵਾਈ ਸੱਚੇ ਪਾਤਸ਼ਾਹ ਜੀ ਨੇ। ਹਾਥ ਜੋਰ ਠਾਂਡੇ ਅਗਵਾਰ, ਆਪ ਹੱਥ ਜੋੜ ਕੇ ਅਰਦਾਸ ਵਿੱਚ ਖਲੋਗੇ ਜੀ। ਇਹ ਮਰਿਆਦਾ ਹੈ, ਗੱਜ ਕੇ ਆਖੋ ਵਾਹਿਗੁਰੂ। ਹੁਣ ਇੱਕ ਮਾਤਾ ਜੀ ਨੇ ਮਾਇਆ ਗੋਲਕ ਚ ਪਵਾ ਕੇ ਅਰਦਾਸ ਬੇਨਤੀ ਕਰਨ ਨੂੰ ਕਿਹਾ ਸੀਗਾ ਜੀ। ਇਹ ਮਰਿਆਦਾ ਸੰਗਤ ਜੀ। ਹਾਂਜੀ। ਬਹੁਤ ਪ੍ਰਸਾਦ ਤਹਾਂ ਵਰਤਾਇਸ, ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਖੁੱਲਾ ਪ੍ਰਸ਼ਾਦ, ਕੜਾਹ ਪ੍ਰਸ਼ਾਦ ਵਰਤਵਾਇਆ ਉੱਥੇ ਜੀ। ਵੱਡੇ ਗੁਰੂਆਂ ਦੇ ਸਥਾਨ ਤੇ ਜਾਓ, ਭਾਵੇਂ 10 ਰੁਪਏ ਦਾ ਹੀ ਕੜਾਹ ਪ੍ਰਸ਼ਾਦ ਕਰਾਓ, ਪਰ ਕਰਾਓ ਜ਼ਰੂਰ ਜੀ। ਹਾਂਜੀ। ਨਮਸਕਾਰ ਕੀ ਨਸਹਿਤ ਧਾਰ, ਬੜੇ ਪ੍ਰੇਮ ਨਾਲ ਗੁਰੂ ਅਰਜਨ ਦੇਵ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਅਸਥਾਨ ਤੇ ਨਮਸਕਾਰ ਕੀਤੀ ਹੈ ਜੀ। ਹਾਂਜੀ। ਦਈ ਪਰਕਰਮਾ 4 ਬਾਰ ਫਿਰ ਵੇਖ ਲਓ, ਆ ਇੱਥੇ ਇੱਕ ਮੇਰੇ ਕੋ ਵੀ ਆਇਆ ਸੀ, ਕਹਿੰਦਾ ਸੀ ਪਰਕਰਮਾ ਕਿਉਂ ਕਰਦੇ ਆ ਸਾਰੇ। ਗੁਰੂ ਸਾਹਿਬ ਦੀ ਮਰਿਆਦਾ ਵੇਖ ਲਓ। ਗੁਰੂ ਅੰਗਦ ਦੇਵ ਜੀ ਦੇ ਅੰਗੀਠਾ ਸਾਹਿਬ ਦੇ ਆਲੇ ਦੁਆਲੇ 4 ਵਾਰ ਪਰਿਕਰਮਾ ਕੀਤੀ ਸੱਚੇ ਪਾਤਸ਼ਾਹ ਜੀ ਨੇ ਜੀ। 4 ਵਾਰ ਪਰਿਕਰਮਾ ਕੀਤੀ ਜੀ। ਸਤਿਕਾਰ ਹੈ ਨਾ। ਹਾਂਜੀ। ਸਿੱਖ ਸੰਗਤ ਸਭ ਤਿਸੀ ਪ੍ਰਕਾਰ, ਉਸੇ ਤਰ੍ਹਾਂ ਹੀ ਸੰਗਤ ਨੇ ਫਿਰ ਕੀਤਾ ਜੀ। ਸੰਗਤ ਨੇ ਵੀ ਨਮਸਕਾਰ ਕਰਕੇ 4 ਵਾਰ ਸਤਿਗੁਰੂ ਜੀ ਦੇ ਅਸਥਾਨ ਦੀ ਪਰਿਕਰਮਾ ਕੀਤੀ। ਪਿਆਰਿਓ, ਜਦੋਂ ਆਪਣੇ ਸਤਿਗੁਰੂ ਜੀ ਦੇ ਇਰਦ ਗਿਰਦ ਪਰਿਕਰਮਾ ਕਰਦੇ ਹੋ, ਉਰੋਂ ਸਾਡੇ ਪੈਰ ਜਿਹੜੇ ਹਨ, ਸੰਗਤਾਂ ਦੇ ਚਰਨ ਜਿਹੜੇ ਆ, ਉਹ ਸਫਲੇ ਹੁੰਦੇ ਨੇ ਜੀ। ਆਪਣੇ ਸਤਿਗੁਰੂ ਜੀ ਦੀ ਪਰਿਕਰਮਾ ਕਰ ਰਹੇ ਆ, ਕਿਸੇ ਵਿਅਕਤੀ ਦੀ ਨਹੀਂ ਕਰ ਰਹੇ ਜੀ। ਪਰਿਕਰਮਾ ਦਾ ਅਰਥ ਹੈ ਵਾਰਣੇ ਜਾਣਾ, ਬਲਿਹਾਰੇ ਜਾਣਾ, ਆਪ ਤੋਂ ਵੱਡਿਆਂ ਜਾਣਨਾ ਕਿਸੇ ਨੂੰ ਜੀ। ਹਾਂਜੀ। ਪੁਨਹ ਸਿਵਰ ਮੈਂ ਪਹੁੰਚੈ ਸਤਿਗੁਰ, ਫਿਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਮਹਾਰਾਜ ਆਪਣੇ ਆਸਣ ਤੇ ਪਹੁੰਚ ਗਏ ਜੀ। ਹਾਂਜੀ। ਦਾਤੂ ਸੇਵਾ ਸਰਬ ਕਰਾਏ, ਬਾਬਾ ਦਾਤੂ ਜੀ ਸਰਬ ਤਰੀਕੇ ਨਾਲ, ਸਰਬ ਭਾਂਤ ਨਾਲ ਮਹਾਰਾਜ ਜੀ ਦੀ ਸੇਵਾ ਵਿੱਚ ਹਾਜ਼ਰ ਨੇ ਜੀ। ਵੇਖ ਲਓ ਕਿੱਡੀ ਸੁੱਖ ਸ਼ਾਂਤੀ ਹੈ। ਇਸ ਤਰੀਕੇ ਨਾਲ ਗੁਰੂ ਘਰ ਦੇ ਵਿੱਚ ਜਿਵੇਂ ਗੁਰੂ ਅਰਜਨ ਦੇਵ ਜੀ ਵਿਚਰਦੇ ਆ, ਸਭ ਥਾਵਾਂ ਦਾ ਸਤਿਕਾਰ ਕਰਦੇ ਆ, ਐਸੀ ਭਾਵਨਾ ਸਾਡੇ ਅੰਦਰ ਹੋਣੀ ਚਾਹੀਦੀ ਹੈ। ਹਾਂਜੀ। ਨਿਸ ਸੁਪਤੇ ਉਠ ਪ੍ਰਾਤ ਚੱਲੇ ਗੁਰ, ਫਿਰ ਰਾਤ ਮਹਾਰਾਜ ਖਡੂਰ ਸਾਹਿਬ ਹੀ ਰਹੇ ਜੀ। ਕਿਉਂ ਬਾਬਾ ਦਾਤੂ ਜੀ ਕਹਿੰਦੇ ਮਹਾਰਾਜ ਰਾਤ ਰਹਿਣਾ ਜੀ। ਉੱਥੋਂ ਥੋੜੀ ਅੱਗੇ ਗੋਇੰਦਵਾਲ ਸਾਹਿਬ, ਜ਼ਿਆਦਾ ਨਹੀਂ ਹੈਗਾ ਜੀ, ਮਸਾਂ ਹੀ 10 ਕਿਲੋਮੀਟਰ ਹੋਏਗਾ ਜੀ, ਮਸਾਂ ਹੀ ਜੀ, ਥੋੜੀ ਅੱਗੇ। ਤੇ ਮਹਾਰਾਜ ਸੱਚੇ ਪਾਤਸ਼ਾਹ ਪਰ ਬਚਨ ਮੰਨਿਆ ਤੇ ਰਾਤ ਖਡੂਰ ਸਾਹਿਬ ਰਹੇ ਜੀ। ਹਾਂਜੀ। ਗੋਇੰਦਵਾਲ ਆਨੰਦ ਉਪਾਏ, ਹੁਣ ਫਿਰ ਸੱਚੇ ਪਾਤਸ਼ਾਹ ਅਗਲੇ ਦਿਨ ਤੁਰੇ, ਇਸ਼ਨਾਨ ਪਾਨ ਕੀਤਾ, ਦਰਬਾਰ ਸਜਿਆ, ਮਹਾਰਾਜ ਗੋਇੰਦਵਾਲ ਸਾਹਿਬ ਨੂੰ ਜਾ ਰਹੇ ਜੀ।
ਹਾਂਜੀ। ਸੁਨ ਅਗਵਾਨੂ ਆਪਣੇ ਭਵਨੂ, ਦੁਸ਼ਮਨ ਦਵਨੂ ਜੁਤ ਸਮੁਦਾਏ। ਗੱਜ ਕੇ ਆਖੋ। ਗੋਇੰਦਵਾਲ ਸਾਹਿਬ ਦੀਆਂ ਸੰਗਤਾਂ ਨੂੰ ਪਤਾ ਲੱਗਾ ਇਸ ਵਾਰ ਜਗ ਮੇਲੇ ਤੇ ਗੁਰੂ ਅਰਜਨ ਦੇਵ ਜੀ ਆਪ ਆ ਰਹੇ ਨੇ। ਸਾਰਿਆਂ ਨੂੰ ਬੜਾ ਚਾਅ ਚੜਿਆ ਜੀ। ਹਾਂਜੀ। ਨਿਕਸ ਮੋਹਰੀ ਆਗੇ ਆਏ ਸੋ। ਬਾਬਾ ਮੋਹਰੀ ਜੀ ਪਹਿਲਾਂ ਹੀ ਅੱਗੇ ਆ ਕੇ ਖਲੋਤੇ ਆ ਮਹਾਰਾਜ ਜੀ ਨੂੰ ਲੈਣ ਵਾਸਤੇ ਜੀ। ਹਾਂਜੀ। ਮਿਲਿਓ ਹਿਰਦੇ ਬਹੁ ਪ੍ਰੇਮ ਬਧਾਏ। ਬਹੁਤ ਪ੍ਰੇਮ ਹਿਰਦੇ ਚ ਵਧਾ ਕੇ ਨਾ ਜੀ ਤੇ ਫਿਰ ਮਿਲੇ ਜੀ। ਕਈ ਬੰਦੇ ਮਿਲਦੇ ਝੂਠਾ ਝੂਠਾ ਜਿਹਾ ਮਿਲਦੇ ਜੀ। ਹਾਂਜੀ। ਉਹਨਾਂ ਦੇ ਮਿਲਣ ਤੋਂ ਪਤਾ ਲੱਗਦਾ ਵੀ ਇਹ ਝੂਠੀ ਮਿਲਣੀ ਹੈਗੀ ਜੀ। ਬੰਦਾ ਮਿਲੇ ਪ੍ਰੇਮ ਨਾਲ ਮਿਲੇ ਜੀ। ਪ੍ਰੇਮ ਨਾਲ ਮਿਲੇ। ਪੂਰਾ ਬਾਬਾ ਮੋਹਰੀ ਜੀ ਦੇ ਮਨ ਚ ਪ੍ਰੇਮ ਹੈ। ਮਹਾਰਾਜ ਜੀ ਨੂੰ ਮਿਲੇ ਜੀ ਉਹ ਜੀ। ਹਾਂਜੀ। ਪੁੱਤਰ ਆਦ ਪਰਿਵਾਰ ਅਗਾਰੀ। ਬਾਬਾ ਮੋਹਰੀ ਜੀ ਦਾ ਪੁੱਤਰ ਅੱਗੋਂ ਪੁੱਤਰ ਦਾ ਪਰਿਵਾਰ ਸਾਰੇ ਮਹਾਰਾਜ ਜੀ ਨੂੰ ਲੈਣ ਵਾਸਤੇ ਅੱਗੇ ਖਲੋਤੇ ਆ ਜੀ। ਮਿਲਿਓ ਗੁਰੂ ਸੋ ਆਗੇ ਆਏ। ਸੱਚੇ ਪਾਤਸ਼ਾਹ ਜੀ ਨੂੰ ਅਗਲਵਾਂਡੀ ਲੈਣ ਆਏ। ਸੰਗਤ ਜੀ ਚੇਤਾ ਰੱਖਿਓ, ਤੁਹਾਡੇ ਘਰ ਵਿੱਚ ਕਿਸੇ ਵੱਡੇ ਨੇ ਆਉਣਾ ਹੋਵੇ, ਤੁਹਾਨੂੰ ਪਤਾ ਲੱਗ ਜੇ ਪਹਿਲਾਂ ਹੀ ਦਰਵਾਜ਼ੇ 'ਚ ਖਲੋ ਜਾਣਾ ਚਾਹੀਦਾ ਆ ਕੇ ਜੀ। ਇਹ ਨਹੀਂ ਕੋਈ ਗੁਰਮੁਖ ਪਿਆਰਾ, ਕੋਈ ਰੱਬ ਦਾ ਪਿਆਰਾ, ਕੋਈ ਮਹਾਨ ਸ਼ਖਸੀਅਤ ਆਵੇ ਤੇ ਤੁਸੀਂ ਅੰਦਰ ਆਰਾਮ ਨਾਲ ਹੀ ਬੈਠੇ ਰਹੋ। ਇਹ ਮਰਿਆਦਾ ਨਹੀਂ ਹੈਗੀ ਜੀ। ਪਹਿਲਾਂ ਹੀ ਦਰਵਾਜ਼ੇ ਵਿੱਚ ਆ ਕੇ ਖਲੋ ਜਾਣਾ ਜੀ। ਫਿਰ ਬਾਹਰ ਤੱਕ ਛੱਡਣ ਵੀ ਆਉਣਾ ਜੀ। ਇਹ ਮਰਿਆਦਾ ਹੈਗੀ ਜੀ। ਕਹਿੰਦੇ ਆਏ ਕਾ ਆਦਰ ਨਹੀਂ। ਜਿੱਥੇ ਬੰਦਾ ਜਾਵੇ ਤੇ ਜਾਣ ਤੇ ਸਤਿਕਾਰ ਨਾ ਮਿਲੇ ਜੀ, ਤੇ ਤੁਰਨ ਲੱਗਿਆਂ ਕੋਈ ਸਿਰ ਨਾ ਨਵਾਵੇ। ਤੁਲਸੀਦਾਸ ਜੀ ਕਹਿੰਦੇ ਉਸ ਥਾਂ ਤੇ ਕਦੀ ਨਾ ਜਾਇਓ ਭਾਵੇਂ ਸੋਨੇ ਦਾ ਵੀ ਮੀਂਹ ਪੈਂਦਾ ਹੋਵੇ ਜੀ। ਉੱਥੇ ਨਾ ਜਾਇਓ। ਤੇ ਆਏ ਕੋ ਹੱਸ ਕਰ ਮਿਲੇ। ਜਾਂਦਿਆਂ ਨੂੰ ਹੱਸ ਕੇ ਮਿਲੇ। ਜਾਤੇ ਸਮੇਂ ਪਏ ਰੋਏ। ਤੁਸੀਂ ਉੱਥੋਂ ਆਵੋ, ਉਹ ਮਿੱਤਰ ਰੋ ਪਏ ਵੀ ਤੂੰ ਜਾ ਨਾ, ਇੱਥੇ ਰਹਿ ਕੁਝ ਦਿਨ ਹੋਰ। ਕਹਿੰਦੇ ਇਹੋ ਜਿਹੇ ਮਿੱਤਰ ਨੂੰ ਵਲ ਭੰਨ ਕੇ ਵੀ ਮਿਲਣਾ ਪਵੇ ਤੇ ਮਿਲਣਾ ਚਾਹੀਦਾ ਹੈ ਜੀ। ਪਰ ਜਿੱਥੇ ਸਤਿਕਾਰ ਨਹੀਂ ਹੈ, ਉੱਥੇ ਸੋਨੇ ਦਾ ਵੀ ਮੀਂਹ ਪੈ ਰਿਹਾ ਹੋਵੇ, ਕਹਿੰਦੇ ਉੱਥੇ ਨਹੀਂ ਜਾਣਾ ਚਾਹੀਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਗੱਲ ਸਤਿਕਾਰ ਦੀ ਨਹੀਂ ਹੈ ਵੀ ਤੁਹਾਡੇ ਅੱਗੇ ਕੋਈ ਹੱਥ ਜੋੜੇ ਤੇ ਫਿਰ ਤੁਸੀਂ ਖੁਸ਼ ਜੇ। ਗੱਲ ਤੇ ਪ੍ਰੇਮ ਦੀ ਹੈਗੀ ਹੈ ਜੀ। ਕੋਈ ਜਾਂਦਿਆਂ ਨੂੰ ਪ੍ਰੇਮ ਕਿੰਨਾ ਕਰਦਾ ਹੈ, ਵਾਪਸ ਆਉਂਦਿਆਂ ਨੂੰ ਪ੍ਰੇਮ ਕਿੰਨਾ ਕਰਦਾ ਹੈ ਜੀ। ਬਾਬਾ ਮੋਹਰੀ ਜੀ ਹੋਣੀ ਸਮੇਤ ਪਰਿਵਾਰ ਦੇ ਸੱਚੇ ਪਾਤਸ਼ਾਹ ਜੀ ਨੂੰ ਲੈਣ ਵਾਸਤੇ ਅੱਗੇ ਖਲੋਤੇ ਤੇ ਪਹਿਲਾਂ ਹੀ ਮਿਲੇ ਸੱਚੇ ਪਾਤਸ਼ਾਹ ਜੀ ਨੂੰ ਜੀ। ਅਜੇ ਉਹ ਕਿਹੜੀ ਛੋਟੀ ਹਸਤੀ ਹੈ, ਗੁਰੂ ਅਮਰਦਾਸ ਜੀ ਦਾ ਪਰਿਵਾਰ ਹੈ ਜੀ ਉਹ। ਇਸ ਕਰਕੇ ਇਹ ਕਥਾ ਸੁਣਿਆ ਸੰਗਤ ਦੀ ਮਰਿਆਦਾ ਦਾ ਪਤਾ ਲੱਗਦਾ ਹੈ ਜੀ। ਹਾਂਜੀ। ਦੋਹ ਦਿਸ਼ ਬੰਧਨ ਕਰੀ ਭਾਉ ਧਰ। ਹੁਣ ਮਹਾਰਾਜ ਜੀ ਨੇ ਤੇ ਨਮਸਕਾਰ ਕੀਤੀ ਉਹਨਾਂ ਨੂੰ ਵੀ ਗੁਰੂ ਅਮਰਦਾਸ ਜੀ ਦਾ ਪਰਿਵਾਰ ਹੈ, ਤੇ ਗੁਰੂ ਅਮਰਦਾਸ ਜੀ ਦੇ ਪਰਿਵਾਰ ਨੇ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਜਾਣ ਕੇ ਮੱਥਾ ਟੇਕਿਆ ਜੀ। ਦੋਵਾਂ ਨੇ ਇੱਕ ਦੂਜੇ ਨੂੰ ਮੱਥਾ ਟੇਕਿਆ ਜੀ। ਹਾਂਜੀ। ਕੁਸ਼ਲ ਪੂਛ ਕਰ ਸੁਖ ਕੋ ਪਾਏ। ਮਹਾਰਾਜ ਜੀ ਪੁੱਛਦੇ ਸਭ ਰਾਜੀ ਖੁਸ਼ੀ ਹੈ, ਤੇ ਬਾਬਾ ਮੋਹਰੀ ਜੀ ਕਹਿੰਦੇ ਮਹਾਰਾਜ ਤੁਹਾਡੀ ਕਿਰਪਾ ਨਾਲ ਸਭ ਰਾਜੀ ਖੁਸ਼ੀ ਹੈ। ਹਾਂਜੀ। ਸੁੰਦਰ ਮੰਦਰ ਬਿਖੈ ਉਤਾਰੇ। ਫਿਰ ਜਿੱਥੇ ਬਹੁਤ ਸੋਹਣਾ ਪ੍ਰਬੰਧ ਕੀਤਾ ਗਿਆ ਸੀ ਚੁਬਾਰਾ ਸਾਹਿਬ ਦੇ ਵਿੱਚ, ਉੱਥੇ ਗੁਰੂ ਅਰਜਨ ਦੇਵ ਜੀ ਦਾ ਆਸਣ ਲਵਾਇਆ ਜੀ। ਰੁਚਰ ਪਰਯੰਕ ਡਸਾਏ ਲਾਏ। ਮਹਾਰਾਜ ਜੀ ਲਈ ਸੋਹਣਾ ਪਲੰਗਾ ਡਾਇਆ ਗਿਆ ਜੀ। ਹਾਂਜੀ। ਸਕਲ ਭਾਂਤ ਕੀ ਸੇਵਾ ਕੀਨਸ। ਹਰ ਤਰ੍ਹਾਂ ਦੀ ਬਾਬਾ ਮੋਹਰੀ ਜੀ ਨੇ ਸੇਵਾ ਕੀਤੀ। ਖਾਨ ਪਾਨ ਆਦਿਕ ਸਮੁਦਾਏ। ਤੇ ਛਕਣ ਛਕਾਉਣ ਦਾ ਵੀ ਬੜਾ ਧਿਆਨ ਰੱਖਦੇ ਜੀ। ਗੱਜ ਕੇ ਆਖੋ। ਅਸਲ 'ਚ ਪਹਿਲਾਂ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਅਸਲ 'ਚ ਲੰਗਰ ਦੀ ਜਿਹੜੀ ਮਰਿਆਦਾ ਗੁਰੂ ਅਮਰਦਾਸ ਜੀ ਨੇ ਤੋਰੀ ਨਾ, ਉਹ ਕਮਾਲ ਕੀਤੀ ਮਹਾਰਾਜ ਨੇ ਜੀ। ਸੰਗਤ ਵਾਸਤੇ ਵਧੀਆ ਤੋਂ ਵਧੀਆ ਪਦਾਰਥ ਗੁਰੂ ਅਮਰਦਾਸ ਜੀ ਬਣਾਉਂਦੇ ਹੁੰਦੇ ਸੀਗੇ ਜੀ। ਉਸੇ ਤਰ੍ਹਾਂ ਹੀ ਅੱਜ ਵੀ ਬਾਬਾ ਮੋਹਰੀ ਜੀ ਦਾ ਪਰਿਵਾਰ ਗੁਰੂ ਅਰਜਨ ਸਾਹਿਬ ਗਏ ਆ, ਬਾਬਾ ਮੋਹਰੀ ਜੀ ਦਾ ਪਰਿਵਾਰ ਵਧੀਆ ਵਧੀਆ ਪਦਾਰਥ ਬਣਾ ਕੇ ਬੈਠਾ ਜੀ।
ਵਧੀਆ ਪਦਾਰਥ ਉਹ ਬਣਾਏਗਾ ਜਿਹਦੇ ਮਨ 'ਚ ਪ੍ਰੇਮ ਹੈਗਾ ਜੀ, ਨਹੀਂ ਤਾਂ ਬੰਦਾ ਦਾਲ ਨਾਲ ਹੀ ਸਾਰ ਦਿੰਦਾ ਜੀ। ਹਾਂਜੀ। ਨਿਸਮਹਿ ਸੁਪਤੇ ਉੱਠੇ ਪ੍ਰਾਤ ਕੋ। ਮਹਾਰਾਜ ਸੱਚੇ ਪਾਤਸ਼ਾਹ ਫਿਰ ਰਾਤ ਆਰਾਮ ਕੀਤਾ, ਅਗਲੇ ਦਿਨ ਫਿਰ ਜਾਗੇ। ਜਾਏ ਬਾਵਲੀ ਕੀਨ ਇਸ਼ਨਾਨ। ਤੇ ਬੌਲੀ ਸਾਹਿਬ ਵਿੱਚ ਮਹਾਰਾਜ ਜੀ ਨੇ ਇਸ਼ਨਾਨ ਕੀਤਾ ਜੀ। ਹਾਂਜੀ। ਸਿੱਖ ਸੰਗਤ ਤੈਸੀ ਬਿਧ ਕਰਕੇ। ਸਾਰੀ ਸਿੱਖ ਸੰਗਤ ਨੇ ਵੀ ਪਿੱਛੇ ਬੌਲੀ ਸਾਹਿਬ 'ਚ ਇਸ਼ਨਾਨ ਕੀਤਾ ਜੀ। ਪੁਨਹ ਚੁਬਾਰੇ ਦਰਸ਼ਨ ਠਾਨ। ਫਿਰ ਚੁਬਾਰਾ ਸਾਹਿਬ ਜਿੱਥੇ ਕਿੱਲੀ ਫੜ ਕੇ ਗੁਰੂ ਅਮਰਦਾਸ ਜੀ ਨਾਮ ਜਪਦੇ ਆ, ਉਸ ਅਸਥਾਨ ਦੇ ਸੋਹਣੇ ਦਰਸ਼ਨ ਦਿਦਾਰੇ ਕੀਤੇ। ਸ੍ਰੀ ਗੁਰ ਅਮਰ ਅੰਸ ਸਭ ਮਿਲ ਕੇ। ਧੰਨ ਗੁਰੂ ਅਮਰਦਾਸ ਜੀ ਦੀ ਅੰਸ ਬੰਸ ਸਾਰੇ ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਨਾਲ ਨਾਲ ਹੈ ਜੀ। ਹਾਂਜੀ। ਕੀਨਸ ਚਰਚਾ ਆਤਮ ਗਿਆਨ। ਤੇ ਹੁਣ ਸੁਣੋ, ਅੰਦਰ ਦੀਆਂ ਗੱਲਾਂ ਦੀ ਵਿਚਾਰ ਹੋ ਰਹੀ ਹੈ। ਗੱਜ ਕੇ ਆਖੋ ਵੀ ਨਾਮ ਕਿੰਨਾ ਜਪਦੇ ਹੋ, ਅਵਸਥਾ ਕਿੱਥੋਂ ਤੱਕ ਪਹੁੰਚੀ ਹੈ ਜੀ। ਸਾਡੀਆਂ ਤੇ ਗੱਲਾਂ ਵੀ ਸਾਡੇ ਵਰਗੀਆਂ ਹੀ ਹੈਗੀਆਂ ਜੀ, ਸਿੱਧੀ ਜੀ ਗੱਲ ਹੈ ਜੀ। ਸਾਡੀਆਂ ਗੱਲਾਂ ਸਾਡੇ ਵਰਗੀਆਂ ਹੀ ਆ ਜੀ, ਪਰ ਮਹਾਰਾਜ ਗੁਰੂ ਅਰਜਨ ਦੇਵ ਜੀ ਅੰਦਰ ਦੀ ਗੱਲ ਕਰਦੇ ਉਹਨਾਂ ਨਾਲ ਜੀ। ਕਿੰਨਾ ਕੁ ਨਾਮ ਜਪਦੇ, ਅੰਦਰ ਸ਼ਾਂਤੀ ਕਿੰਨੀ ਕੁ ਆਈ ਹੈ। ਹਾਂਜੀ। ਭਨਿਓ ਸੁਨਿਓ ਮਨ ਗੁਨਿਓ ਭਲੇ ਕਰ। ਕੁਝ ਨਾ ਨੇ ਦੱਸਿਆ, ਕੁਝ ਗੁਰੂ ਸਾਹਿਬ ਜੀ ਨੇ ਦੱਸਿਆ, ਬੜੀਆਂ ਭਲੀਆਂ ਗੱਲਾਂ ਹੋਈਆਂ ਜੀ, ਭਲੀਆਂ ਗੱਲਾਂ ਜੀ। ਹਾਂਜੀ। ਅੰਦਰ ਦੀ ਵਿਚਾਰ, ਰੱਬ ਦੀ ਵਿਚਾਰ ਕਰਨ ਵਾਲੇ ਨਹੀਂ ਤੇ ਮਿਲਦੇ ਜੀ। ਹੁਣ ਜਾਈਏ ਪਰਿਵਾਰ 'ਚ ਬੈਠੀ ਦਾ, ਬੱਚੇ ਫੋਨ ਤੇ ਲੱਗੇ ਹੁੰਦੇ ਜੀ। ਹਾਂਜੀ। ਕੋਈ ਵਿਚਾਰ ਨਹੀਂ ਹੈਗੀ ਜੀ ਅੰਦਰ ਦੀ। ਹਾਂਜੀ। ਸਭ ਮੈਂ ਹੈ ਭਇਓ ਆਨੰਦ ਮਹਾਨ। ਕੋਈ ਗਿਆ ਉਹਨੂੰ ਪੁੱਛੋ ਵੀ ਮੇਰਾ ਬਾਣੀ ਪੜ੍ਹਨ 'ਚ ਮਨ ਨਹੀਂ ਲੱਗਦਾ, ਕਿਵੇਂ ਲੱਗੇ ਮਨ। ਕੋਈ ਉਹਨੂੰ ਪੁੱਛੋ, ਕੁਝ ਗਿਆਨ ਮਿਲੇ। ਮਹਾਰਾਜ ਜੀ ਨੇ ਬੜੀ ਸ਼ਾਂਤੀ ਵਾਲੇ ਬਚਨ ਕੀਤੇ, ਸਾਰਿਆਂ ਦੇ ਵਿੱਚ ਉਹਨਾਂ ਬਚਨਾਂ ਨਾਲ ਬੜਾ ਆਨੰਦ ਵਧਿਆ ਜੀ। ਹਾਂਜੀ। ਕਿਤਕ ਦਿਵਸ ਬਸ ਪੁਰੀ ਬੇਤਾਇਸ। ਕੁਝ ਦਿਨ ਹੋ ਗਏ ਫਿਰ ਸੱਚੇ ਪਾਤਸ਼ਾਹ ਗੋਇੰਦਵਾਲ ਸਾਹਿਬ ਹੀ ਰਹੇ ਜੀ। ਹਾਂਜੀ। ਪੁੰਨ ਪੂਰਨਮਾਸੀ ਦਿਨ ਆਏ। ਫਿਰ ਉਹ ਜਿਹੜੀ ਜੱਗ ਮੇਲੇ ਵਾਲੀ ਤਰੀਕ ਸੀ ਨਾ, ਪੁੰਨਿਆਂ ਵਾਲੀ, ਉਹ ਆ ਗਈ ਤਰੀਕ ਜੀ। ਹਾਂਜੀ। ਡੱਲੇ ਵਾਸੀ ਆਦਿਕ ਸਿੱਖ ਗਨ। ਡੱਲੇ ਤੋਂ ਮਹਾਰਾਜ ਜੀ ਦਾ ਕੁੜਮ ਪਰਿਵਾਰ, ਹੋਰ ਸਾਰੇ ਸਿੱਖ ਜਿਹੜੇ ਆ ਉਹ ਸਾਰੇ ਗੋਇੰਦਵਾਲ ਸਾਹਿਬ ਪਹੁੰਚੇ ਜੀ। ਭਇਓ ਮੇਲ ਆਏ ਸਮੁਦਾਏ। ਬਹੁਤ ਵੱਡਾ ਮੇਲ ਹੋਣਾ, ਸੰਗਤਾਂ ਵਹੀਰਾਂ ਘੱਤ ਕੇ ਗੋਇੰਦਵਾਲ ਸਾਹਿਬ ਪਹੁੰਚਣ ਲੱਗ ਪਈਆਂ। ਹਾਂਜੀ। ਘ੍ਰਿਤ ਮਿਸ਼ਟਾਨ ਚੂਨ ਗੋਧੁਮ ਕੋ। ਹਾਂਜੀ। ਸੂਖਮ ਚਾਵਰ ਸੂਪ ਲਿਆਏ। ਘਿਓ, ਮਠਿਆਈ, ਆਟਾ, ਚੌਲ, ਸਾਰਾ ਕੁਝ ਜਿਹੜਾ ਉੱਥੇ ਮੰਗਵਾਇਆ ਗਿਆ ਜੀ। ਹਾਂਜੀ। ਸੰਚੇ ਭਇਓ ਬ੍ਰਿਧ ਸੰਚੇ ਭਇਓ ਬ੍ਰਿੰਦ ਸਮਗਰੀ ਦੇਗ ਹੋਤ। ਸਿੱਧ ਸਵਾਦਲ ਰਸਾਏ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਹੀ ਕਿਹਾ, ਭਾਈ ਸਾਡੇ ਨਾਨਾ ਗੁਰੂ ਜੀ ਲੰਗਰ ਬਹੁਤ ਵਧੀਆ ਛਕਾਉਂਦੇ ਸਨ, ਲੰਗਰ ਵਿੱਚ ਨਹੀਂ ਕਮੀ ਆਉਣੀ ਚਾਹੀਦੀ ਕਿਸੇ ਤਰੀਕੇ ਨਾਲ। ਹਾਂਜੀ। ਸਿੱਖ ਬ੍ਰਿੰਦ ਸੇਵਾ ਮਹਿ ਠਾਂਡੇ। ਬਹੁਤ ਸਿੱਖਾਂ ਦੀ ਸੇਵਾ 'ਚ ਡਿਊਟੀ ਲੱਗੀ, ਕਿਸੇ ਦੀ ਆਟਾ ਗੁੰਨਣ ਤੇ ਲੱਗੀ, ਕਿਸੇ ਦੀ ਵਰਤਾਉਣ ਤੇ ਲੱਗੀ, ਕਿਸੇ ਦੀ ਪ੍ਰਸ਼ਾਦੇ ਪਕਾਉਣ ਤੇ ਲੱਗੀ, ਕਿਸੇ ਦੀਆਂ ਸਬਜ਼ੀਆਂ ਬਣਾਉਣ 'ਚ ਲੱਗੀ, ਕਿਸੇ ਦੀ ਬਰਤਨਾਂ ਤੇ ਲੱਗੀ। ਬੜੇ ਸਿੱਖ ਸੇਵਾ ਵਿੱਚ ਲੱਗੇ ਜੀ। ਹਾਂਜੀ। ਕੋ ਜਲ ਅੰਨ ਹੈ ਈਂਧਨ ਜਾਲ। ਕਿਸੇ ਦੀ ਡਿਊਟੀ ਲੱਗੀ ਵੀ ਤੂੰ ਪਾਣੀ ਭਰ ਕੇ ਲੈ ਕੇ ਆਉਣਾ ਹੈ। ਗੱਜ ਕੇ ਆਖੋ ਵਾਹਿਗੁਰੂ। ਸੇਵਾ ਨਾ ਜੀ, ਸੇਵਾਦਾਰ ਬੰਦਾ ਤੇ ਉਹ ਹੈ ਜਿੱਥੇ ਖੜਾ ਕਰਤਾ ਜੀ। ਪਿੱਛਾ ਪਾਓਗੇ ਨਾ ਫਿਰ ਵੇਖੇ ਜੀ। ਤੂੰ ਪਾਣੀ ਲੈ ਕੇ ਆਉਣਾ ਹੈ, ਉਹ ਪਾਣੀ ਲੈ ਕੇ ਆਉਂਦਾ ਜੀ। ਕਿਸੇ ਦੀ ਡਿਊਟੀ ਲੱਗੀ ਹੈ, ਮਹਾਰਾਜ ਨੇ ਲਾਈ ਹੈ ਕਿ ਤੂੰ ਭਾਈ ਲੱਕੜਾਂ ਲੈ ਕੇ ਆਉਣੀਆਂ, ਬਾਲਣ ਲੈ ਕੇ ਆਉਣਾ, ਉਹ ਬਾਲਣ 'ਚ ਲੱਗ ਗਿਆ ਜੀ। ਹਾਂਜੀ। ਭਇਓ ਆਹਾਰ ਸੋ ਤਿਆਰ ਅਨੇਕ ਬਿਧ। ਸੋ ਇਸ ਤਰੀਕੇ ਨਾਲ ਡਿਊਟੀਆਂ ਲਵਾਈਆਂ ਮਹਾਰਾਜ ਗਰੀਬ ਨਵਾਜ ਜੀ ਨੇ। ਅਨੇਕ ਵਿਧੀਆਂ ਦਾ, ਕਈ ਤਰ੍ਹਾਂ ਦਾ ਪ੍ਰਸ਼ਾਦਾ ਤਿਆਰ ਹੋਇਆ ਜੀ। ਸਿੱਖ ਸੰਗਤ ਥਿਤ ਪੰਗਤ ਨਾਲ। ਹੱਥ ਰੱਖੋ। ਹਾਂਜੀ। ਸ੍ਰੀ ਅਰਜਨ ਜਲ ਨਿਜ ਕਰ ਧਰ ਕੈ। ਚਰਨ ਪਖਾਰੇ ਪ੍ਰੀਤ ਵਿਸਾਲ। ਵਾਹ ਜੀ ਵਾਹ। ਆਖੋ ਵਾਹਿਗੁਰੂ।
ਇਸ ਤਰ੍ਹਾਂ ਨਹੀਂ ਗੱਜ ਕੇ। ਵਾਹਿਗੁਰੂ। ਤੇ ਹੁਣ ਸਾਰੇ ਹੱਥ ਜੋੜੋ ਤਾਂ ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਸਾਰਿਆਂ ਦੀ ਡਿਊਟੀ ਲਾਈ ਜੀ, ਸਾਰਿਆਂ ਦੀ ਡਿਊਟੀ ਲਾਈ। ਤੂੰ ਭਾਈ ਕੀਰਤਨ ਕਰਨਾ, ਬਾਬਾ ਬੁੱਢਾ ਜੀ ਵਰਗਿਆਂ ਦੀ ਕਥਾ ਤੇ ਡਿਊਟੀ ਲਾਈ ਜੀ। ਤੂੰ ਭਾਈ ਬਾਣੀ ਸੁਣਾਉਣੀ ਸੰਗਤ ਨੂੰ, ਤੂੰ ਭਾਈ ਬਾਲਣ ਲੈ ਕੇ ਆਉਣਾ, ਤੂੰ ਭਾਈ ਵਰਤਾਉਣਾ ਲੰਗਰ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਭਾਈ ਸਾਡੇ ਨਾਨਾ ਗੁਰੂ ਜੀ ਦੀ ਬਰਸੀ ਹੈ ਤੇ ਇੱਕ ਸੇਵਾ ਸਾਨੂੰ ਵੀ ਦੇ ਦਿਓ। ਸਿੱਖ ਕਹਿੰਦੇ ਮਹਾਰਾਜ ਤੁਸੀਂ ਮਾਲਕ ਤੇ ਤੁਸੀਂ ਦਰਸ਼ਨ ਹੀ ਦਿਓ, ਤੁਹਾਡੀ ਇਹੋ ਹੀ ਸੇਵਾ। ਨਹੀਂ ਮਹਾਰਾਜ ਕਹਿੰਦੇ ਸਾਡੀ ਵੀ ਸੇਵਾ ਦਿਓ। ਕਹਿੰਦੇ ਮਹਾਰਾਜ ਹੁਕਮ ਕਰੋ। ਮਹਾਰਾਜ ਕਹਿੰਦੇ ਰਸਤੇ ਕੱਚੇ ਨੇ, ਘੱਟਾ ਮਿੱਟੀ ਬਹੁਤ ਹੈ, ਸੰਗਤ ਸਾਰੀ ਨੇ ਆਉਣਾ, ਕਥਾ ਕੀਰਤਨ ਸੁਣਨਾ, ਸਮਾਗਮ 'ਚ ਹਾਜ਼ਰੀ ਭਰਨੀ ਹੈ, ਸਾਰੀ ਸੰਗਤ ਦੇ ਚਰਨ ਧਵਾਉਣ ਦੀ ਸੇਵਾ ਮੇਰੀ ਲਾ ਦਿਓ। ਕਹਿਣ ਲੱਗੇ ਵਾਹਿਗੁਰੂ। ਕਿੱਡੀ ਵੱਡੀ ਸੇਵਾ ਜੀ। ਮਹਾਰਾਜ ਕਹਿੰਦੇ ਇਹ ਸੇਵਾ ਮੇਰੀ ਹੈ। ਤੁਸੀਂ ਪੜ੍ਹਿਆ ਨਾ, ਸ਼੍ਰੀ ਅਰਜਨ ਜਲ ਨਿਜ ਕਰ ਧਾਰਕ ਹੈ। ਗੁਰੂ ਅਰਜਨ ਸਾਹਿਬ ਆਪ ਆਪਣੇ ਹੱਥ 'ਚ ਜਲ ਲੈ ਕੇ ਚਰਨ ਪਖਾਰੇ ਪ੍ਰੀਤ ਵਿਸਾਲ, ਵੱਡੀ ਪ੍ਰੀਤ ਧਾਰਨ ਕਰਕੇ ਸੰਗਤਾਂ ਦੇ ਚਰਨ ਧਵਾਉਂਦੇ ਆ ਜੀ, ਚਰਨ ਧਵਾਉਂਦੇ ਆ, ਜੋੜੇ ਝਾੜਦੇ ਆ। ਹਾਂਜੀ। ਮਹਾਦੇਵ ਸੇਵਾ ਮੋਹ ਲਾਗੇ। ਬਾਬਾ ਮਹਾਦੇਵ ਜੀ ਵੀ ਸੇਵਾ ਵਿੱਚ ਲੱਗੇ ਹੋਏ ਨੇ ਜੀ। ਹਾਂਜੀ। ਵਰਤਾਵੇਂ ਬਹੁ ਅਸਨ ਰਸਾਲ। ਉਹਨਾਂ ਦੀ ਡਿਊਟੀ ਆ ਵੀ ਤੁਸੀਂ ਲੰਗਰ ਵਰਤਾਉਣਾ ਹੈ, ਤੁਹਾਡਾ ਇਹ ਕੰਮ ਹੈਗਾ। ਹਾਂਜੀ। ਮੋਹਨ ਆਨੰਦ ਮੋਹਰੀ ਆਦ ਜੀ। ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ, ਬਾਬਾ ਆਨੰਦ ਜੀ, ਸਭ ਸੰਗਤ ਕੀ ਸੇਵ ਕਰਨ ਤੇ। ਸਾਰੇ ਸੰਗਤਾਂ ਦੀ ਸੇਵਾ ਵਿੱਚ ਲੱਗੇ ਤੇ ਗੁਰੂ ਅਰਜਨ ਸਾਹਿਬ ਸਭ ਤੋਂ ਪਹਿਲਾਂ ਬਾਹਰ ਅੱਗੇ ਖਲੋਤੇ ਸੰਗਤਾਂ ਦੇ ਚਰਨ ਧਵਾ ਰਹੇ ਨੇ ਜੀ। ਸੰਗਤਾਂ ਕਹਿਣ ਮਹਾਰਾਜ ਤੁਹਾਡੇ ਕੋਲੋਂ, ਤੁਹਾਡੇ ਤੇ ਚਰਨ ਧੋ ਕੇ ਅਸੀਂ ਜਲ ਛਕ ਕੇ ਤੇ ਸਿੱਖ ਬਣੇ ਆ, ਤੇ ਮਹਾਰਾਜ ਤੁਹਾਡੇ ਕੋਲੋਂ ਅਸੀਂ ਆਪਣੇ ਪੈਰ ਧਵਾਈਏ। ਮਹਾਰਾਜ ਕਹਿੰਦੇ ਭਾਈ ਇਹ ਸਾਡੇ ਨਾਨਾ ਗੁਰੂ ਜੀ ਵੱਡੇ ਗੁਰਾਂ ਦੀ ਬਰਸੀ ਹੈ, ਸਾਨੂੰ ਵੀ ਸੇਵਾ ਕਰ ਲੈਂਦੇ ਹੋ। ਕਹਿਣ ਲੱਗੇ ਅੱਜ ਸੰਗਤ ਜੀ ਜਿਹਦੇ ਕੋਲ ਮਾੜੀ ਮੋਟੀ ਪਦਵੀ ਆ ਜੇ ਉਹ ਜੂਠੀ ਥਾਲ ਮਾਂਜ ਕੇ ਰਾਜੀ ਨਹੀਂ ਤੇ ਹੈਗਾ ਜੀ, ਚਮਚ ਕੌਲੀ ਗਲਾਸ ਧੋ ਕੇ ਰਾਜੀ ਨਹੀਂ ਹੈਗਾ ਵੀ ਮੈਂ ਕੋ ਕਰਾਂ, ਮੈਂ ਤੇ ਗਿਆਨੀ ਜੀ ਬਣ ਗਿਆ, ਮੈਂ ਤੇ ਬੜਾ ਵੱਡਾ ਬਣ ਗਿਆ। ਪਰ ਸਿੱਖਣਾ ਚਾਹੀਦਾ। ਵੇਖੋ ਗੁਰੂ ਅਰਜਨ ਦੇਵ ਸਾਹਿਬ ਮਾਲਕ ਹੋ ਕੇ ਸੰਗਤਾਂ ਦੇ ਚਰਨ ਧਵਾਉਂਦਾ ਹੈ ਜੀ। ਹਾਂਜੀ। ਸ੍ਰੀ ਗੁਰ ਅਮਰਦਾਸ ਕੋ ਮਖ ਹੈ, ਇਮ ਕਹਿ ਹੈ ਸਗਰੇ ਟਹਿਲ ਚਹੰਤ। ਸਾਰੇ ਇਹ ਕਹਿ ਰਹੇ ਨੇ ਵੀ ਭਾਈ ਗੁਰੂ ਅਮਰਦਾਸ ਜੀ ਦੀ ਬਰਸੀ ਹੈ, ਇਸ ਕਰਕੇ ਅਸੀਂ ਵੀ ਸੇਵਾ ਕਰਨੀ ਹੈ। ਹਾਂਜੀ। ਕੇਤਿਕ ਅਚਿਤ ਕਿਤਕ ਬਰਤਾਵਤ। ਕੁਝ ਛਕ ਰਹੇ ਆ ਤੇ ਕੁਝ ਵਰਤਾ ਰਹੇ। ਚੇਤਾ ਰੱਖਿਓ ਛਕਣਾ ਵੀ ਇੱਕ ਸੇਵਾ ਹੀ ਹੁੰਦੀ ਜੇ, ਲੰਗਰ ਛਕਣਾ ਨਾ ਇਹ ਵੀ ਸੇਵਾ ਹੀ ਹੁੰਦੀ ਹੈ। ਹਾਂਜੀ। ਕੇਤਿਕ ਜਲ ਕੋ ਦੇਤ ਪੀਵੰਤ। ਕਈ ਜਲ ਵਰਤਾ ਰਹੇ ਆ, ਕਈ ਜਲ ਛਕ ਰਹੇ ਆ। ਮੇਲ ਲੋਕ ਹਜ਼ਾਰੋਂ ਮੇਲ ਪਾਇਓ ਬੜ। ਤੇ ਇਸ ਤਰੀਕੇ ਨਾਲ ਖੂਬ ਕਥਾ ਹੋਈ, ਕੀਰਤਨ ਹੋਇਆ, ਹਜ਼ਾਰਾਂ ਲੋਕਾਂ ਦਾ ਹੀ ਮੇਲ ਹੋਇਆ ਜੀ, ਹਜ਼ਾਰਾਂ ਲੋਕਾਂ ਦਾ ਇਕੱਠ ਹੋ ਗਿਆ ਜੀ। ਅਧਿਕ ਕੁਲਾਹਲ ਸੁਨੇ ਸ਼ੁਭੰਤ। ਬਹੁਤ ਖੁਸ਼ੀ ਵਰਤੀ ਸੰਗਤਾਂ, ਗੁਰੂ ਅਮਰਦਾਸ ਜੀ ਨੂੰ ਯਾਦ ਕੀਤਾ। ਆਪ ਜੀ ਵੀ ਸਾਰੇ ਆਖੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਹਾਂਜੀ। ਭਾਉ ਭਗਤ ਬਹੁ ਪੰਗਤ ਸੰਗਤ। ਸੰਗਤਾਂ ਦੋਵੇਂ ਕੰਮ ਬੜੇ ਪ੍ਰੇਮਾ ਭਗਤੀ ਨਾਲ ਕਰ ਰਹੀਆਂ, ਸੰਗਤ ਵੀ ਤੇ ਪੰਗਤ ਵੀ ਜੀ। ਹਾਂਜੀ। ਮੰਗਤ ਜੋ ਪੁਰਵਤ ਅਬਿਲਾਖ। ਤੇ ਜੋ ਜੋ ਗੁਰੂ ਅਮਰਦਾਸ ਜੀ ਦਾ ਧਿਆਨ ਧਾਰ ਕੇ ਮੰਗਦੀਆਂ ਮਹਾਰਾਜ ਦੇ ਦਿੰਦੇ ਉਹਨਾਂ ਨੂੰ ਜੀ। ਹਾਂਜੀ। ਵੱਡ ਉਤਸਵ ਕਰ ਪੂਰਨ ਮਾਸੀ। ਸੋ ਇਸ ਤਰੀਕੇ ਨਾਲ ਬੜੇ ਵੱਡੇ ਪੱਧਰ ਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਗ ਮੇਲਾ ਹੋਇਆ ਜੀ। ਹਾਂਜੀ। ਅਸਨ ਖੁਆਏ ਖਾਏ ਕਰ ਕਾਂਖ। ਗੱਜ ਕੇ ਆਖੋ ਖੂਬ ਲੰਗਰ ਵਰਤਿਆ, ਛਕਿਆ ਵੀ ਤੇ ਛਕਾਇਆ ਵੀ ਜੀ। ਹਾਂਜੀ। ਭਇਓ ਪ੍ਰਮੋਦ ਸਭਨ ਕੇ ਮਾਹੀ। ਤੇ ਸਾਰਿਆਂ ਦੇ ਮਨ 'ਚ ਖੁਸ਼ੀ ਹੋਈ। ਸੰਗਤ ਦੀ ਸੇਵਾ ਤੇ ਉਹੀ ਹੈ, ਸਮਾਗਮ ਉਹੀ ਹੈ ਜਿਹਨੂੰ ਕਰਕੇ ਮਨ ਨੂੰ ਖੁਸ਼ੀ ਮਿਲੇ ਜੀ। ਹਾਂਜੀ।
ਸੇਵਾ ਸਮਾਗਮ ਉਹ ਹੈ ਜਿਹਨੂੰ ਕਰਕੇ ਮਨ ਨੂੰ ਖੁਸ਼ੀ ਮਿਲੇ ਜੀ। ਉਹ ਕਾਹਦਾ ਸਮਾਗਮ ਹੈਗਾ ਜੀ? ਜਿਹਨੂੰ ਕਰਕੇ ਦੁਖੀ ਰਹਿਣਾ ਬੰਦੇ ਨੇ ਜੀ। ਪੂਰੀ ਖੁਸ਼ੀ ਮਿਲੀ ਸੰਗਤਾਂ ਨੂੰ। ਪ੍ਰਮੋਦ ਦਾ ਅਰਥ ਹੁੰਦਾ ਬਹੁਤ ਖੁਸ਼ ਹੋਣਾ ਜੀ। ਹਾਂਜੀ। ਗੁਰੂ ਅਮਰ ਕੇ ਜਸ ਕੋ ਭਾਖ। ਤੇ ਸਾਰੇ ਗੁਰੂ ਅਮਰਦਾਸ ਜੀ ਦਾ ਜਸ ਕਰਦੇ। ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹੇ ਬਨ ਆਵੈ, 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 ਤੇਰੀ ਉਪਮਾ ਤੋਹੇ ਬਨ ਆਵੈ। ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੀ ਉਪਮਾ ਤੋਹੇ ਬਨ ਆਵੈ, ਤੇਰੀ ਉਪਮਾ ਤੋਹੇ ਬਨ ਆਵੈ, ਤੇਰੀ ਉਪਮਾ ਤੋਹੇ ਬਨ ਆਵੈ, ਤੇਰੀ ਉਪਮਾ ਤੋਹੇ ਬਨ ਆਵੈ। ਸੰਗਤਾਂ ਨੇ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਖੂਬ ਜਸ ਕੀਤਾ ਜੀ। ਖੂਬ ਵਡਿਆਈ ਕੀਤੀ। ਕਰ ਗੁਰ ਦਰਸ਼ਨ ਹਰਖਤ ਹਵੈ ਕਰ। ਹੁਣ ਇੱਕ ਤੇ ਜਗ ਮੇਲੇ ਚੱਗੇ ਸੰਗਤਾਂ ਆਉਂਦੀਆਂ ਸਨ, ਪਰ ਇਸ ਵਾਰ ਗੁਰੂ ਅਰਜਨ ਦੇਵ ਜੀ ਦੇ ਵੀ ਦਰਸ਼ਨ ਹੋਏ ਜੀ ਨਾਲ ਜੀ। ਸੰਗਤਾਂ ਹੋਰ ਖੁਸ਼ ਹੋ ਗਈਆਂ ਜੀ। ਹਾਂਜੀ। ਬਹੁ ਨਰ ਮਿਲੇ ਭਾਉ ਚਿਤ ਰਾਖ। ਬਹੁਤੀਆਂ ਸੰਗਤਾਂ ਬਹੁਤੇ ਹੀ ਪ੍ਰੇਮ ਨਾਲ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਜੀ। ਹਾਂਜੀ। ਇਮ ਪੂਰਨ ਮਾਸੀ ਕੋ ਮੇਲਾ ਗੁਰ ਦਰਸ਼ਨ। ਹਾਂਜੀ। ਗੁਰ ਦਰਸ਼ਨ ਕਰ ਨਰ ਸਮੁਦਾਏ। ਇਸ ਤਰੀਕੇ ਨਾਲ ਗੁਰੂ ਅਮਰਦਾਸ ਜੀ ਦੀ ਬਰਸੀ ਦਾ ਪੁੰਨਿਆਂ ਦਾ ਮੇਲਾ ਜਿਹੜਾ ਸੀਗਾ ਉਹ ਸੰਪੂਰਨ ਹੋਇਆ ਜੀ। ਹਾਂਜੀ। ਹੁਣ ਤੇ ਤਰੀਕਾਂ ਬਦਲ ਗਈਆਂ। ਪਹਿਲਾਂ ਸਿੱਧਾ ਹੀ ਹਿਸਾਬ ਹੁੰਦਾ ਸੀ, ਮੱਸਿਆ ਇੱਥੇ ਜਾਣਾ, ਪੁੰਨਿਆ ਇੱਥੇ ਜਾਣਾ, ਸੰਗਰਾਂਦ ਤੇ ਉੱਥੇ ਜਾਣਾ ਜੀ। ਹਾਂਜੀ। ਆਜ ਦਿਵਸ ਮੈਂ ਹੈ ਗੁਰੂ ਅਮਰ ਕੋ। ਹਾਂਜੀ। ਦੇਖਨ ਕੇ ਫਲ ਕੁਨਰ ਪਾਏ। ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਸੰਗਤਾਂ ਨੂੰ ਤੇ ਇਸ ਪੁੰਨਿਆਂ ਤੇ ਜਾ ਕੇ ਦਰਸ਼ਨ ਕਰਨ ਦਾ ਫਲ ਇਹ ਮਿਲਦਾ ਹੈ। ਸਮਝੋ ਜਿਹੜਾ ਫਲ ਗੁਰੂ ਅਮਰਦਾਸ ਜੀ ਦੇ ਦਰਸ਼ਨ ਦਾ ਮਿਲਣਾ ਨਾ, ਉੱਥੇ ਹਾਜ਼ਰੀ ਭਰਨ ਨਾਲ ਮਿਲ ਜਾਂਦਾ ਹੈ ਜੀ। ਤੇ ਗੁਰੂ ਦੇ ਦਰਸ਼ਨਾਂ ਦਾ ਫਲ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਇਹ ਗੁਰੂ ਜੀ ਦੇ ਦਰਸ਼ਨਾਂ ਦਾ ਫਲ ਚ। ਹਾਂਜੀ। ਸਭ ਸੰਗਤ ਆਏ ਪ੍ਰਵੇਸ਼ਤ। ਸੋ ਸਾਰੀਆਂ ਸੰਗਤਾਂ, ਬਹੁਤੀਆਂ ਸੰਗਤਾਂ ਆ ਕੇ ਮੇਲੇ ਵਿੱਚ ਪ੍ਰਵੇਸ਼ ਹੋਈਆਂ ਜੀ। ਮਹਾ ਮਹਾਤਮ ਕਹਿਓ ਨਾ ਜਾਏ। ਏਡਾ ਵੱਡਾ ਜੋੜ ਮੇਲਾ, ਉਹਦਾ ਮਹਾਤਮ ਕਵੀ ਸੰਤੋਖ ਸਿੰਘ ਕਹਿੰਦੇ ਮੈਂ ਕਹਿ ਹੀ ਨਹੀਂ ਸਕਦਾ। ਹਾਂਜੀ। ਗੁਰ ਜਸ ਕੋ ਇਮ ਉਚਰਤ ਗਮਨੇ। ਸੰਗਤਾਂ ਜਾ ਰਹੀਆਂ ਨੇ ਤੇ ਜਿੱਥੇ ਗੁਰੂ ਅਰਜਨ ਦੇਵ ਜੀ ਦਾ ਜਸ ਕਰਦੀਆਂ, ਉੱਥੇ ਗੁਰੂ ਅਮਰਦਾਸ ਜੀ ਦਾ ਵੀ ਜਸ ਕਰ ਰਹੀਆਂ ਜੀ। ਤੇਰੀ ਉਪਮਾ ਤੋਹੇ ਬਨ ਆਵੈ, ਤੇਰੀ ਉਪਮਾ ਤੋਹੇ ਬਨ ਆਵੈ, ਤੇਰੀ ਉਪਮਾ ਤੋਹੇ ਬਨ ਆਵੈ, ਤੇਰੀ ਉਪਮਾ ਤੋਹੇ ਬਨ ਆਵੈ। ਬੜਾ ਜਸ ਸੰਗਤਾਂ ਨੇ ਕੀਤਾ ਮਹਾਰਾਜ ਜੀ ਦਾ। ਮਹਾ ਮਹਾਤਮ ਕਹਿਓ ਨਾ ਜਾਏ। ਹਾਂਜੀ। ਗੁਰ ਜਸ ਕੋ ਇਮ ਉਚਰਤ ਗਮਨੇ। ਆਪਨੋ ਆਪਣੇ ਸਦਨ ਸਿਧਾਏ। ਹਾਂਜੀ। ਦੋਹਰਾ ਮੇਲਾ ਭਇਓ ਸੋ ਬਿਸ਼ਰਗਾ। ਸ਼੍ਰੀ ਅਰਜਨ ਕਰ ਬਾਸ। ਸੱਚੇ ਪਾਤਸ਼ਾਹ ਗੋਇੰਦਵਾਲ ਸਾਹਿਬ ਜੀ ਹਨ। ਬੜਾ ਵੱਡਾ ਮੇਲਾ ਇਕੱਠਾ ਹੋਇਆ, ਸਮੇਂ ਨਾਲ ਉਹ ਚਲੇ ਗਿਆ ਜੀ। ਹਾਂਜੀ। ਪੂਰਨਮਾ ਪੀਛੇ ਰਹੇ ਮੋਹਨ ਮੋਹਰੀ ਪਾਸ। ਚੰਦ ਸਰੂਪ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਪੂਰਨਮਾਸ਼ੀ ਤੋਂ ਪਿੱਛੋਂ ਸਾਧ ਸੰਗਤ ਜੀ ਬਾਬਾ ਮੋਹਨ ਤੇ ਬਾਬਾ ਮੋਹਰੀ ਜੀ ਦੇ ਪਾਸ ਹੀ ਰਹੇ ਆ ਜੀ। ਹਾਂਜੀ।
पूर्णिमा के जग मह सिख मेला दर्शाए, दर्शन जिम श्री अमर को फल तैसे नर पाए। ਕਵੀ ਸੰਤੋਖ ਸਿੰਘ ਕਹਿੰਦੇ ਫਿਰ ਸੁਣ ਲਓ, ਜਦੋਂ ਸਾਲ 'ਚ ਇੱਕ ਵਾਰ ਪੁੰਨਿਆਂ ਵਾਲੇ ਦਿਨ ਗੋਇੰਦਵਾਲ ਸਾਹਿਬ ਦੇ ਵਿੱਚ ਜਗ ਮੇਲਾ ਹੁੰਦਾ ਹੈ ਨਾ, ਉੱਥੇ ਜਾ ਕੇ ਜਿਹੜਾ ਸੰਗਤ ਦੇ ਦਰਸ਼ਨ ਕਰਦਾ ਹੈ ਉਹਨੂੰ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਦਾ ਫਲ ਮਿਲ ਜਾਂਦਾ ਹੈ ਜੀ। ਕਹਿੰਦੇ ਫਿਰ ਸੁਣ ਲਓ, ਮਹਾਰਾਜ ਦੇ ਦਰਸ਼ਨਾਂ ਦਾ ਫਲ ਮਿਲਦਾ ਹੈ। ਹਾਂਜੀ। ਸਵਈਆ ਛੰਦ ਸ਼੍ਰੀ ਅਰਜਨ ਪੁੰਨਪੁਰ ਮਹਿ ਬਾਸੇ, ਹੋਤ ਭਇਓ ਅਤਿਸ਼ੈ ਸਤ ਸੰਗ। ਸੋ ਹੁਣ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਉਸੇ ਨਗਰੀ ਵਿੱਚ ਰਹਿ ਰਹੇ ਆ, ਬੜੇ ਆਨੰਦ ਨਾਲ ਸੱਚੇ ਪਾਤਸ਼ਾਹ ਰਹਿ ਰਹੇ ਆ ਗੋਇੰਦਵਾਲ ਸਾਹਿਬ 'ਚ, ਤੇ ਸੰਗਤ ਹੁੰਦੀ ਹੈ ਜੀ, ਕਥਾ ਕੀਰਤਨ ਹੁੰਦਾ ਰੋਜ਼। ਹਾਂਜੀ। ਨਿਤ ਪ੍ਰਤ ਚਰਚਾ ਆਤਮ ਕੇਰੀ, ਹਰ ਰੋਜ਼ ਆਤਮਾ ਦੀ ਚਰਚਾ ਹੁੰਦੀ ਹੈ ਜੀ, ਆਤਮ ਗਿਆਨ ਦੀ ਚਰਚਾ ਹੁੰਦੀ ਹੈ, ਅਵਸਥਾ ਦੀਆਂ ਗੱਲਾਂ ਹੁੰਦੀਆਂ ਨੇ ਜੀ। ਕਰਹਿ ਜਾਨ ਇਹ ਤਨ ਛਿਨ ਭੰਗ। ਤੇ ਮਹਾਰਾਜ ਬਾਰ-ਬਾਰ ਇਹ ਗੱਲ ਕਹਿੰਦੇ, ਭਾਈ ਇਹ ਜਿਹੜਾ ਸਰੀਰ ਹੈ ਨਾ, ਇਹ ਛਿਣ ਭੰਗਰ ਹੈਗਾ ਜੀ। ਸਾਹ ਦੇ ਉੱਤੇ ਖਲੋਤਾ, ਮਾੜਾ ਜਿਹਾ ਠੇਡਾ ਲੱਗੇ ਹੋ ਗਿਆ ਜੀ। ਹਾਂਜੀ। ਭਜਨ ਪਰਾਇਣ ਇੱਕ ਰਸ ਹਵੈ ਕਰ। ਇਸ ਕਰਕੇ ਵਾਹਿਗੁਰੂ ਦੇ ਭਜਨ ਦੇ ਹੀ ਪਰਾਇਣ ਆਸਰੇ ਰਹਿਣਾ ਚਾਹੀਦਾ। ਆਖੋ ਵਾਹਿਗੁਰੂ ਵਾਹਿਗੁਰੂ। ਭਜਨ ਦੇ ਆਸਰੇ ਰਹਿਣਾ ਚਾਹੀਦਾ, ਪ੍ਰੀਤ ਵਧੈ ਪਰਮੇਸ਼ਰ ਸੰਗ। ਤਾਂ ਕਿ ਪਰਮੇਸ਼ਰ ਦੇ ਨਾਲ ਸਾਡਾ ਪ੍ਰੇਮ ਜਿਹੜਾ ਉਹ ਵਧੇ। ਹਰ ਰੋਜ਼ ਵਾਹਿਗੁਰੂ ਦੇ ਨਾਲ ਪ੍ਰੇਮ ਵਧੇ ਸਾਡਾ। ਹਾਂਜੀ। ਸਭ ਕੋ ਉਪਦੇਸ਼ਿਤ ਮ੍ਰਿਦੁਲ ਬਾਕੁਨ। ਇਸ ਤਰੀਕੇ ਨਾਲ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਉਪਦੇਸ਼ ਦੇ ਰਹੇ ਆ। ਜਿਸ ਤੇ ਚੜ੍ਹੈ ਭਗਤ ਕੋ ਰੰਗ। ਜਿਹਦੇ ਨਾਲ ਭਗਤੀ ਦਾ ਰੰਗ ਚੜ੍ਹ ਜਾਵੇ ਮਨ ਨੂੰ ਜੀ। ਤੇ ਸਭ ਤੋਂ ਵੱਡੀ ਗੱਲ ਮਹਾਰਾਜ ਕਹਿੰਦੇ ਆ, ਭਾਈ ਇਹ ਸਰੀਰ ਜਿਹੜਾ ਇਹ ਛਿਨ ਭੰਗਰ ਹੈ। ਇਸ ਵਾਰ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਸਰੀਰ ਕਰਕੇ ਗੋਇੰਦਵਾਲ ਸਾਹਿਬ ਨਹੀਂ ਆਉਣਾ ਜੀ। ਮਹਾਰਾਜ ਜੀ ਨੇ ਆਪਣਾ ਸਰੀਰ ਜਿਹੜਾ ਹੁਣ ਬਿੱਧ ਬਣ ਜਾਣੀ ਹੈ, ਸਤਿਗੁਰੂ ਜੀ ਨੇ ਸ਼ਹੀਦੀ ਪ੍ਰਾਪਤ ਕਰਨੀ ਹੈ। ਪਰ ਮਹਾਰਾਜ ਇੱਕੋ ਹੀ ਗੱਲ ਬਾਰ-ਬਾਰ ਕਹਿੰਦੇ, ਸਰੀਰ ਛਿਨ ਭੰਗਰ ਹੈਗਾ ਜੀ, ਛਿਨ 'ਚ ਨਾਸ ਹੋਣ ਵਾਲਾ। ਤੇ ਇਹ ਨਾਮ ਦੇ ਆਸਰੇ ਰਹਿਣਾ। ਮਹਾਰਾਜ ਕਹਿਣ ਲੱਗੇ, ਹਰ ਰੋਜ਼ ਨਾਮ ਨਾਲ ਸਾਡੀ ਪ੍ਰੀਤ ਵਧੇ, ਸਾਡਾ ਪ੍ਰੇਮ ਵਧੇ। ਸਵਾਓ 2-4 ਮਿੰਟ ਗੁਰ ਮੰਤਰ ਦਾ ਅਭਿਆਸ ਕਰ ਲਈਏ, ਐਂ ਲੱਕ ਸਿੱਧੇ ਕਰ ਲਓ ਤੇ ਪ੍ਰੇਮ ਨਾਲ ਗੁਰ ਮੰਤਰ ਦਾ ਜਾਪ ਕਰ ਲਈਏ। ਜਦੋਂ ਰੀੜ ਦੀ ਹੱਡੀ ਸਿੱਧੀ ਹੋ ਜਾਂਦੀ ਹੈ ਨਾ ਸੰਗਤ ਜੀ, ਫਿਰ ਬੰਦੇ ਦੀ ਸੁਰਤ ਇਕਾਗਰ ਹੋ ਜਾਂਦੀ ਹੈ। ਰੀੜ ਦੀ ਹੱਡੀ ਦਾ ਸੁਰਤ ਨਾਲ ਬੜਾ ਸੰਬੰਧ 'ਚ। ਤੇ ਜਦੋਂ ਢਿੱਲੇ ਜਿਹੇ ਬੈਠੇ ਰਹਿੰਦੇ ਆ ਤੇ ਫਿਰ ਢਿੱਲਿਆਂ ਹੁੰਦਿਆਂ ਢਿੱਲਾ ਹੀ ਹੋ ਜਾਂਦਾ ਬੰਦਾ ਜੀ। ਪ੍ਰੇਮ ਨਾਲ ਸਾਰੇ ਆਖੋ ਜੀ, ਵਾਹਿਗੁਰੂ। ਜੀਭ ਤੋਂ ਬੋਲਣਾ, ਕੰਨਾਂ ਤੋਂ ਸੁਣਨਾ, ਫਿਰ ਸੁਰਤ ਟਿਕਦੀ ਹੈ, ਧਿਆਨ ਟਿਕਦਾ। ਵਾਹਿਗੁਰੂ ਪੂਰਾ ਜੁੜ ਕੇ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪੂਰਾ ਜੁੜ ਕੇ ਪ੍ਰੇਮ ਮਹਾਰਾਜ ਕਹਿੰਦੇ ਸਰੀਰ ਤੇ ਛਣ ਭੰਗਰ ਹੈਗਾ, ਨਾਮ ਦੇ ਆਸਰੇ ਰਿਹਾ ਕਰੋ। ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਨਾਮ ਦੇ ਆਸਰੇ ਰਹਿਣਾ। ਵਾਹਿਗੁਰੂ 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 ਮਹਾਰਾਜ ਜੀ ਕਿਰਪਾ ਕਰੋ, ਸਾਨੂੰ ਨਾਮ ਦਾ ਆਸਰਾ ਵੀ ਬਖਸ਼ਣ ਜੀ। ਹਾਂਜੀ, ਜਦੋਂ ਬੰਦੇ ਦੀ ਸੁਰਤ ਜੁੜਦੀ ਹੈ, ਮਸਾਂ ਹੀ ਜੁੜਦੀ ਹੈ, ਮਸਾਂ ਹੀ। ਤੇ ਮਹਾਰਾਜ ਅੱਗੇ ਅਰਦਾਸ ਕਰਿਆ ਕਰੋ, ਸੱਚੇ ਪਾਤਸ਼ਾਹ ਸਾਡੀਆਂ ਸੁਰਤੀਆਂ ਜੁੜਨ ਤੁਹਾਡੇ ਚਰਨਾਂ ਦੇ ਨਾਲ। ਲਓ 5 ਵਾਰੀ ਹੋਰ ਕਹਿ ਲਿਆ, ਜਿਹਨੇ ਹੁਣ ਤੱਕ ਨਹੀਂ ਕਿਹਾ ਉਹ ਕਹੋ, ਗੱਜ ਕੇ ਕਹੋ। ਜਿੱਥੇ ਗੱਜ ਕੇ ਕਹਿਣਾ ਉੱਥੇ ਪ੍ਰੇਮ ਨਾਲ ਵੀ ਕਹਿਣਾ। ਹਾਂਜੀ, ਰੁੱਖਾ ਜਿਹਾ ਨਹੀਂ ਕਹਿਣਾ, ਫਾਰਮੈਲਿਟੀ ਨਹੀਂ ਕਰਨੀ, ਨਹੀਂ, ਪ੍ਰੇਮ ਹੋਵੇ ਵਿੱਚ। ਵਾਹਿਗੁਰੂ 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 ਸੱਚੇ ਪਾਤਸ਼ਾਹ ਗਰੀਬ ਨਵਾਜ਼ ਕਿਰਪਾ ਕਰਨ, ਬਖਸ਼ਿਸ਼ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਸਾਰੀ ਸੰਗਤ ਪ੍ਰੇਮ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ